तांतिया टोपे यानी तात्या टोपे। ਭਾਰਤ ਦੀ ਆਜ਼ਾਦੀ ਦੇ ਇਤਿਹਾਸ ਦਾ ਇੱਕ ਮਹਾਨ ਯੋਧਾ ਜਿਸ ਨੂੰ ਯਾਦ ਕਰਕੇ ਸਭ ਦੇ ਰੌਂਗਟੇ ਖੜੇ ਹੋ ਜਾਂਦੇ ਨੇ। ਦੇਸ਼ ਦੇ ਇਸ ਮਹਾਨ ਸੁਤੰਤਰਤਾ ਸੈਨਾਨੀ ਦਾ ਜਨਮ ਸੰਨ 1814 ਵਿੱਚ ਮਹਾਰਾਸ਼ਟਰ ਦੇ ਇੱਕ ਛੋਟੇ ਜਿਹੇ ਪਿੰਡ ਯੇਓਲਾ ਵਿੱਚ ਹੋਇਆ ਸੀ। ਇਹ ਪਿੰਡ ਨਾਸਿਕ ਦੇ ਨੇੜੇ ਪਟੌਦ ਜ਼ਿਲ੍ਹੇ ਵਿੱਚ ਪੈਂਦਾ ਹੈ। ਉਹਨਾਂ ਦਾ ਅਸਲੀ ਨਾਂ ਰਾਮਚੰਦਰ ਰਾਓ ਸੀ। ਪਿਤਾ ਦਾ ਨਾਂ ਪਾਂਡੂਰੰਗ ਰਾਓ ਭੱਟ ਦੱਸਿਆ ਜਾਂਦਾ ਹੈ, ਜਿਹੜੇ ਪੇਸ਼ਵਾ ਬਾਜੀ ਰਾਓ ਦੂਸਰੇ ਕੋਲ ਨੌਕਰੀ ਕਰਦੇ ਸੀ। ਤਾਤਿਆ ਦੀ ਮਾਤਾ ਦਾ ਨਾਮ ਰੁਕਮਨੀ ਬਾਈ ਸੀ। ਅੱਜ ਇਹ ਦਾਸਤਾਨ ਉਸ ਵਕਤ ਦੇ ਇਤਿਹਾਸ ਦੇ ਪੰਨਿਆਂ 'ਤੇ ਲਿਖੀ ਵੀਰ ਤਾਤਿਆ ਟੋਪੇ ਦੀ ਹੈ। शांत शांत हो जाओ। सब तो माड़ा वक्त ਉਹ ਹੁੰਦਾ ਹੈ ਜਦ ਕੋਈ ਤੁਹਾਡਾ ਆਪਣਾ ਹੀ ਤੁਹਾਡੀ ਪਿੱਠ ਵਿੱਚ ਖੰਜਰ ਮਾਰ ਦੇਵੇ। ਸ਼ਾਇਦ ਮੇਰੇ ਨਾਲ ਵੀ ਉਹੀ ਹੋਣ ਵਾਲਾ ਸੀ। ਬਾਲਕ ਰਾਮਚੰਦਰ ਰਾਓ ਨੇ ਜੇ ਮੈਨੂੰ ਅਗਾਹ ਨਾ ਕੀਤਾ ਹੁੰਦਾ ਤਾਂ ਮੈਂ ਆਪਣੇ ਹੀ ਮਹਿਲ 'ਚ ਆਪਣੇ ਖਿਲਾਫ ਹੋਣ ਵਾਲੇ ਛੜਯੰਤਰ ਦਾ ਸ਼ਿਕਾਰ ਹੋ ਚੁੱਕਾ ਹੁੰਦਾ। ਸਾਨੂੰ ਖੁਸ਼ੀ ਹੈ ਕਿ ਬਾਲਕ ਰਾਮਚੰਦਰ ਰਾਓ ਨੇ ਨਮਕ ਤੇ ਮਿੱਟੀ ਦਾ ਮਾਣ ਰੱਖਿਆ। ਆਸ਼ਾ ਹੈ ਰਾਮਚੰਦਰ ਰਾਓ ਸਾਰੀ ਜ਼ਿੰਦਗੀ ਇਸ ਤਰ੍ਹਾਂ ਇਮਾਨਦਾਰ ਬਣਿਆ ਰਹੇਗਾ ਤੇ ਦੂਸਰਿਆਂ ਲਈ ਪ੍ਰੇਰਨਾ ਦਾ ਸਾਧਨ ਬਣੇਗਾ। ਬਾਲਕ ਰਾਮਚੰਦਰ ਰਾਓ ਨੂੰ ਸਾਡੇ ਵੱਲੋਂ ਇਹ ਟੋਪੀ ਇਨਾਮ 'ਚ ਦਿੱਤੀ ਜਾਵੇ। ਵਾਹ, ਹੀਰੇ ਰਤਨਾ ਨਾਲ ਜੜੀ ਇਹ ਟੋਪੀ। ਅੱਜ ਤੋਂ ਇਹਦਾ ਨਾਂ ਤਾਤਿਆ ਟੋਪੇ ਹੋਵੇਗਾ। ਇਤਿਹਾਸ ਦੇ ਕੁਝ ਪੁਰਾਣੇ ਪੰਨੇ ਪਲਟਦੇ ਹਨ। ਉਹ 19ਵੀਂ ਸਦੀ ਦੇ ਸ਼ੁਰੂਆਤੀ ਸਾਲ ਸਨ। हमारा मकसद है पूरे हिंदुस्तान पर कब्जा। एक एक करके इन्हां राजियां ने साढ़े आगे घोड़े टेक दिते। कहंदे ने बकरे दी मां कद तक खैर मनाएगी। जेड़े बचने हो भी घोड़े टेक देणगे। ਅਸੀਂ ਜਾਣਦੇ ਹਾਂ ਕਿਵੇਂ ਖੋਇਆ ਜਾਂਦਾ ਹੈ ਕਿਸੇ ਦਾ ਰਾਜ ਪਾਟ। ਸੋਨੇ ਦੀ ਚਿੜੀਆ ਸੋਨੇ ਦੀ ਚਿੜੀਆ ਸਾਰੇ ਪਿੰਜਰੇ 'ਚ ਹੋਵੇਗੀ। ਜਸਟ ਮੈਟਰ ਆਫ ਟਾਈਮ। पेशवा बाजीराव नहीं मन रहा सर, वो लड़ने की तैयारी कर रहा है। ਇਹ ਤਾਂ ਹੋਰ ਵੀ ਚੰਗਾ ਹੈ। ਉਹ ਹਾਰੇਗਾ ਜਾਂ ਮਰੇਗਾ, ਦੂਸਰੇ ਰਾਜਿਆਂ ਨੂੰ ਸਬਕ ਮਿਲੇਗਾ। ਬ੍ਰਿਟਿਸ਼ ਹਕੂਮਤ ਦੇ ਸਾਹਮਣੇ ਹਿੰਦੁਸਤਾਨੀ ਰਾਜਿਆਂ ਦੀ ਆਕੜ ਕਦ ਤੱਕ ਚਲੇਗੀ। ਗੋ ਅਹੈਡ ਵਿਦ ਦਾ ਪਲਾਨ, ਅਟੈਕ ਪੁਣੇ। ਅੰਗਰੇਜ਼ ਭਾਰਤ 'ਚ ਆਪਣਾ ਰਾਜ ਫੈਲਾਉਣਾ ਚਾਹੁੰਦੇ ਨੇ। ਕਈ ਰਾਜਿਆਂ ਕੋਲੋਂ ਉਹਨੇ ਰਾਜ ਖੋਹ ਲਏ ਨੇ। ਹੁਣ ਉਹ ਪੂਨਾ ਖੋਣ ਦੀ ਕੋਸ਼ਿਸ਼ ਕਰ ਰਹੇ ਨੇ। ਪਰ ਅੰਗਰੇਜ਼ਾਂ ਸਾਹਮਣੇ ਗੋਡੇ ਟੇਕਣ ਦੀ ਬਜਾਏ ਉਹਨਾਂ ਦਾ ਮੁਕਾਬਲਾ ਕਰਨਾ ਬਿਹਤਰ ਹੋਏਗਾ। ਉਹ ਵਕਤ ਮਰਾਠਿਆਂ ਦੀ ਤਾਕਤ ਤੇ ਸਾਮਰਾਜ ਦੀ ਗਿਰਾਵਟ ਦਾ ਵਕਤ ਸੀ।
ਸਨ 1818 ਚ ਹੋਈ ਲੜਾਈ 'ਚ ਅੰਗਰੇਜ਼ਾਂ ਕੋਲੋਂ ਹਾਰਨ ਤੋਂ ਬਾਅਦ ਜਿਹੜੀ ਸੰਧੀ ਹੋਈ ਸੀ ਉਸ ਦੇ ਮੁਤਾਬਿਕ ਪੂਨਾ 'ਚ ਪੇਸ਼ਵਾ ਦੀ ਜਗ੍ਹਾ ਕੰਪਨੀ ਦਾ ਰਾਜ ਹੋ ਗਿਆ। ਉਸ ਦੇ ਬਦਲੇ ਪੇਸ਼ਵਾ ਨੂੰ ਹਰ ਸਾਲ 8 ਲੱਖ ਰੁਪਏ ਪੈਨਸ਼ਨ ਦਿੱਤੀ ਜਾਣ ਲੱਗੀ। ਸ਼ਿਕਸਤ ਬਹੁਤ ਕੁਝ ਤੋੜ ਦਿੰਦੀ ਹੈ। ਬੇਇੱਜ਼ਤੀ ਤੇ ਨਿਰਾਸ਼ਾ ਨਾਲ ਆਪਣੇ ਰਾਜ 'ਚ ਰਹਿਣਾ ਮੁਸ਼ਕਿਲ ਹੋ ਗਿਆ ਏ। ਕਿਸੇ ਹੋਰ ਜਗ੍ਹਾ ਜਾਣਾ ਹੀ ਠੀਕ ਹੋਵੇਗਾ ਹੁਣ। ਪਰਿਵਾਰ ਸਮੇਤ ਪੇਸ਼ਵਾ ਬਾਜ਼ੀ ਰਾਓ ਕਾਨਪੁਰ ਦੇ ਨਜ਼ਦੀਕ ਗੰਗਾ ਕਿਨਾਰੇ ਵਸੇ ਹੋਏ ਬਿਠੂਰ 'ਚ ਆ ਕੇ ਵਸ ਗਏ। ਨਾਲ ਹੀ ਉਸਦੇ ਕਈ ਹੋਰ ਪਰਿਵਾਰ ਵੀ। ਬਾਜ਼ੀ ਰਾਓ ਪੇਸ਼ਵਾ ਦੂਸਰੇ ਦੇ ਸਨ 1827 'ਚ ਆਪਣੇ ਗੋਦ ਲਏ ਬੇਟੇ ਨਾਨਾ ਸਾਹਿਬ ਪੇਸ਼ਵਾ ਨੂੰ ਆਪਣਾ ਵਾਰਿਸ ਐਲਾਨ ਕਰ ਦਿੱਤਾ ਤੇ ਉਸ ਦੀ ਸੂਚਨਾ ਅੰਗਰੇਜ਼ ਵਾਇਸਰਾਏ ਨੂੰ ਦੇ ਦਿੱਤੀ ਗਈ ਸੀ। ਇਸ ਦੌਰਾਨ ਪੇਸ਼ਵਾ ਦੇ ਛੋਟੇ ਭਰਾ ਚਿਮਨਜੀ ਅੱਪਾ ਪੇਸ਼ਵਾ ਵੀ ਪੂਨਾ ਤੋਂ ਬਨਾਰਸ ਆ ਕੇ ਵਸ ਗਏ ਸੀ। ਉਹਨਾਂ ਨਾਲ ਮੋਰੋ ਪੰਤ ਜੀ ਦਾ ਪਰਿਵਾਰ ਵੀ ਆਇਆ ਸੀ। ਮੋਰੋ ਪੰਤ ਜੀ ਆਪਣੀ ਪਤਨੀ ਦੇ ਦੇਹਾਂਤ ਤੋਂ ਬਾਅਦ ਆਪਣੀ ਬੇਟੀ ਮਨੂ ਨੂੰ ਲੈ ਕੇ ਬਿਠੂਰ ਆਏ ਤੇ ਉੱਥੇ ਹੀ ਵਸ ਗਏ। ਮਨੂ ਯਾਨੀ ਲక్ష్ਮੀ ਬਾਈ। 28 ਫਰਵਰੀ 1951 ਨੂੰ ਪੇਸ਼ਵਾ ਬਾਜ਼ੀ ਰਾਓ ਦੀ ਮੌਤ ਹੋ ਗਈ। ਉਹਨਾਂ ਦੀ ਮੌਤ ਦੇ ਕੁਝ ਦਿਨ ਬਾਅਦ ਹੀ ਦਗਾਬਾਜ਼ ਅੰਗਰੇਜ਼ ਸ਼ਾਸਕ ਦਾ ਫਰਮਾਨ ਆ ਪਹੁੰਚਿਆ। ਤੁਹਾਡੇ ਲਈ ਗਵਰਨਰ ਜਨਰਲ ਨੇ ਇਹ ਸੁਨੇਹਾ ਭੇਜਿਆ ਹੈ ਕਿ ਬਾਜੀ ਰਾਓ ਪੇਸ਼ਵਾ ਨੇ ਆਪਣੇ ਗੋਦਲੇ ਪੁੱਤਰ ਨਾਨਾ ਸਾਹਿਬ ਪੇਸ਼ਵਾ ਨੂੰ ਆਪਣੇ ਵਾਰਿਸ ਬਣਾਉਣ ਦੀ ਮੰਗ ਨੂੰ ਨਾਮਨਜ਼ੂਰ ਕਰ ਦਿੱਤਾ ਹੈ। ਪੇਸ਼ਵਾ ਬਾਜੀ ਰਾਓ ਨੂੰ ਦਿੱਤੇ ਜਾਣ ਵਾਲੀ 8 ਲੱਖ ਰੁਪਏ ਦੀ ਪੈਨਸ਼ਨ ਵੀ ਬੰਦ ਕੀਤੀ ਜਾਂਦੀ ਹੈ। ਦਗਾਬਾਜ਼, ਧੋਖੇਬਾਜ਼। ਇਹਦਾ ਮਤਲਬ ਅੰਗਰੇਜ਼ਾਂ ਦੀ ਨਜ਼ਰ ਵਿੱਚ ਮੈਂ ਹੁਣ ਪੇਸ਼ਵਾ ਬਾਜ਼ੀ ਰਾਓ ਦਾ ਵਾਰਿਸ ਨਹੀਂ ਹਾਂ। ਤਾਤਿਆਂ ਇਹ ਕੀ ਹੋ ਰਿਹਾ? ਨਾਨਾ ਸਾਹਿਬ, ਹਜੇ ਤਾਂ ਕੁਝ ਨਹੀਂ ਹੋਇਆ, ਹੁਣ ਹੋਏਗਾ। ਅੰਗਰੇਜ਼ ਕਦੋਂ ਤੱਕ ਇਸ ਤਰ੍ਹਾਂ ਸਾਡਾ ਅਪਮਾਨ ਕਰਦੇ ਰਹਿਣਗੇ ਤਾਤਿਆ? ਜਦ ਤੱਕ ਅਸੀਂ ਸਿੰਦੇ ਰਵਾਂਗੇ। ਪਰ ਹੁਣ ਵਕਤ ਆ ਗਿਆ ਤਲਵਾਰ ਦੀ ਤਾਰ ਵਿਖਾਉਣ ਦਾ। ਅੰਗਰੇਜ਼ਾਂ ਨੂੰ ਦੇਸ਼ ਤੋਂ ਬਾਹਰ ਖਦੇੜਨ ਲਈ ਜ਼ਰੂਰੀ ਹੈ ਦੇਸ਼ ਦੀਆਂ ਰਿਆਸਤਾਂ ਨੂੰ ਇਕੱਠਾ ਕੀਤਾ ਜਾਵੇ। ਉਸ ਦੀ ਜ਼ਿੰਮੇਵਾਰੀ ਮੈਂ ਲੈਂਦਾ। ਕਿਵੇਂ ਕਰੋਗੇ ਤਾਤਿਆ? ਮੈਂ ਖੁਦ ਸਭ ਨੂੰ ਜਾ ਕੇ ਮਿਲਾਂਗਾ। ਆਗਿਆ ਦਿਓ। ਆਗਿਆ ਹੈ। ਧੰਨ ਹੋ ਤੁਸੀਂ ਤਾਤਿਆ, ਧੰਨ ਹੋ। ਇਤਿਹਾਸ ਦਾ ਤਾਂ ਪਤਾ ਨਹੀਂ, ਪਰ ਇਸ ਦੇਸ਼ ਦੀ ਮਿੱਟੀ ਤੁਹਾਡੇ ਯੋਗਦਾਨ ਨੂੰ ਕਦੇ ਨਹੀਂ ਭੁੱਲੇਗੀ। ਤੁਸੀਂ ਇੰਨੇ ਮਹੀਨੇ ਜਗ੍ਹਾ ਜਗ੍ਹਾ ਦੀ ਖਾਕ ਛਾਣੀ। ਬਾਨਪੁਰ ਬੰਦੇਲਖੰਡ ਦੇ ਰਾਜਿਆਂ ਨੂੰ ਅੰਗਰੇਜ਼ਾਂ ਦੇ ਖਿਲਾਫ ਵਿਦਰੋਹ ਲਈ ਤਿਆਰ ਕੀਤਾ। ਰਾਜਿਆਂ, ਨਵਾਬਾਂ, ਸੈਨਾਵਾਂ, ਇੱਥੋਂ ਤੱਕ ਕਿ ਪ੍ਰਜਾ ਨੂੰ ਵੀ ਅੰਗਰੇਜ਼ੀ ਹਕੂਮਤ ਦੇ ਖਿਲਾਫ ਵਿਦਰੋਹ ਕਰਨ ਲਈ ਪ੍ਰੇਰਿਤ ਕੀਤਾ। ਸਾਡੇ ਹੋਰ ਸਾਥੀਆਂ ਨੇ ਵੀ ਦਿੱਲੀ, ਸ਼ਿਮਲਾ, ਲਖਨਊ, ਝਾਂਸੀ, ਕਾਲਪੀ ਤੋਂ ਇਲਾਵਾ ਦੱਖਣ ਭਾਰਤ ਦੇ ਮੁੱਖ ਸ਼ਹਿਰਾਂ ਦੇ ਦੌਰੇ ਲਾਏ ਨੇ। ਨਾਨਾ ਸਾਹਿਬ, ਕੀ ਸਾਡੀ ਕੋਸ਼ਿਸ਼ ਸਫਲ ਹੋਏਗੀ ਤਾਤਿਆ? ਕਿ ਸਾਨੂੰ ਜਿੱਤ ਮਿਲੇਗੀ? ਜਿੱਦਾਂ ਤਾਂ ਪਤਾ ਨਹੀਂ, ਪਰ ਅਸੀਂ ਲੜਾਂਗੇ ਡਟ ਕੇ, ਇਹ ਪੱਕਾ ਹੈ। ਅੰਗਰੇਜ਼ਾਂ ਦੀ ਅੱਖ ਦੀ ਕਿਰਕਰੀ ਬਣ ਚੁੱਕੀ ਹੋ ਤੁਸੀਂ ਤਾਤਿਆ। ਹੁਣ ਉਹਨਾਂ ਲਈ ਕਾਲ ਬਣਾਂਗਾ। ਇਹ ਉਹੀ ਵਕਤ ਸੀ ਜਦ ਸਾਰੇ ਦੇਸ਼ ਵਿੱਚ ਆਜ਼ਾਦੀ ਲਈ ਪਹਿਲਾ ਵਿਦਰੋਹ ਚੋਟੀ ਤੇ ਸੀ। ਰਾਜੇ ਰਜਵਾੜਿਆਂ ਦੇ ਨਾਲ ਸੈਨਾ ਨੇ ਬਗਾਵਤ ਕਰ ਦਿੱਤੀ ਸੀ। 8 ਅਪ੍ਰੈਲ ਸਿਪਾਹੀ ਮੰਗਲ ਪਾਂਡੇ ਨੂੰ ਫਾਂਸੀ ਦਿੱਤੀ ਗਈ ਸੀ, ਜਿਸ ਨੇ ਅੱਗ ਵਿੱਚ ਘਿਓ ਪਾਉਣ ਦਾ ਕੰਮ ਕੀਤਾ। 10 ਮਈ ਨੂੰ ਕਾਨਪੁਰ ਵਿੱਚ ਵਿਸਫੋਟ ਕਰਨ ਦੀ ਪੂਰੀ ਤਿਆਰੀ ਹੋ ਚੁੱਕੀ ਸੀ। ਕਮਾਂਡਿੰਗ ਅਫਸਰ
ਮੇਜਰ ਜਨਰਲ ਹਿਊ ਵੈਲਰ ਨੂੰ ਕਿਸੇ ਤਰ੍ਹਾਂ ਇਸ ਗੱਲ ਦਾ ਪਤਾ ਲੱਗ ਗਿਆ। ਉਸਨੇ ਇਹ ਵਿਦਰੋਹ ਕੁਚਲਣ ਦੀ ਤਿਆਰੀ ਸ਼ੁਰੂ ਕਰ ਦਿੱਤੀ। ਅੰਗਰੇਜ਼ ਸੈਨਾ ਦੇ ਹਿੰਦੁਸਤਾਨੀ ਸਿਪਾਹੀਆਂ ਨੂੰ ਬੈਰਕਾਂ ਵਿੱਚ ਭੇਜ ਦਿੱਤਾ ਗਿਆ। ਅੰਗਰੇਜ਼ ਪਰਿਵਾਰਾਂ ਨੂੰ ਸੁਰੱਖਿਅਤ ਜਗ੍ਹਾ 'ਤੇ ਬੁਲਾ ਲਿਆ ਗਿਆ। ਲਖਨਊ 'ਚ ਹੈਨਰੀ ਲਾਰੈਂਸ ਕੋਲੋਂ ਮਦਦ ਵੀ ਮੰਗੀ ਗਈ, ਲੇਕਿਨ ਜਨਰਲ ਹਿਊ ਵੈਲਰ ਕੋਲੋਂ ਇੱਕ ਗਲਤੀ ਹੋ ਗਈ। ਉਹਨਾਂ ਨਾਨਾ ਸਾਹਿਬ ਤੋਂ ਮਦਦ ਮੰਗੀ ਤੇ ਉਹਨਾਂ ਦੀ ਦੇਖ ਰੇਖ ਵਿੱਚ ਸੈਨਾ ਦਾ ਸਾਰਾ ਅਸਲਾ ਬਾਰੂਦ ਛੱਡ ਦਿੱਤਾ। ਅੰਗਰੇਜ਼ ਹਿੰਦੁਸਤਾਨੀਆਂ ਦੇ ਵਿਦਰੋਹ ਨੂੰ ਕੁਚਲਣ ਲਈ ਤਿਆਰ ਸੀ ਤੇ ਹਿੰਦੁਸਤਾਨੀਆਂ ਦੀਆਂ ਬਾਹਾਂ ਫੜਫੜਾ ਰਹੀਆਂ ਸਨ। ਸੂਬੇਦਾਰ ਟੀਕਾ ਸਿੰਘ, ਹੁਣ ਵਕਤ ਆ ਗਿਆ ਗੁਲਾਮੀ ਤੋਂ ਛੁਟਕਾਰਾ ਪਾਉਣ ਦਾ। ਸਾਨੂੰ ਤਾਂ ਨਾਨਾ ਸਾਹਿਬ ਦੇ ਹੁਕਮ ਦਾ ਇੰਤਜ਼ਾਰ ਹੈ। ਬੈਰਕਪੁਰ 'ਚ ਮੰਗਲ ਪਾਂਡੇ ਦੀ ਸ਼ਹਾਦਤ ਕਰਕੇ ਸਾਡੇ ਸਿਪਾਹੀਆਂ ਦਾ ਖੂਨ ਵੀ ਖੌਲ ਰਿਹਾ ਹੈ। ਅਸੀਂ ਵੀ ਮੇਰਠ ਦੇ ਜਾਂਬਾਜ਼ ਬਹਾਦਰ ਸਿਪਾਹੀਆਂ ਵਾਂਗ ਅੰਗਰੇਜ਼ਾਂ ਦੇ ਖੂਨ ਨਾਲ ਮਿੱਟੀ ਲਾਲ ਕਰਨ ਲਈ ਬੇਤਾਬ ਹਾਂ। ਅਸੀਂ ਕਸਮ ਖਾਂਦੇ ਹਾਂ, ਅਸੀਂ ਕਸਮ ਖਾਂਦੇ ਹਾਂ, ਆਪਣੇ ਪ੍ਰਾਣ ਦੇ ਕੇ ਵੀ ਆਪਣੇ ਦੇਸ਼ ਨੂੰ ਅੰਗਰੇਜ਼ਾਂ ਕੋਲੋਂ ਆਜ਼ਾਦ ਕਰਵਾਵਾਂਗੇ। ਅੰਗਰੇਜ਼ਾਂ ਕੋਲੋਂ ਆਜ਼ਾਦ ਕਰਵਾਵਾਂਗੇ। ਜੈ ਭਵਾਨੀ, ਜੈ ਭਵਾਨੀ, ਜੈ ਭਵਾਨੀ, ਜੈ ਭਵਾਨੀ, ਜੈ शिवाजी, जय शिवाजी, हर हर महादेव। जय भवानी। 4 ਜੂਨ 1857 ਦੀ ਅੱਧੀ ਰਾਤ ਨੂੰ 3 ਫਾਇਰ ਨਾਲ ਤੇ ਜੈਕਾਰਿਆਂ ਦੇ ਨਾਲ ਕ੍ਰਾਂਤੀ ਦਾ ਸ਼੍ਰੀ ਗਣੇਸ਼ ਹੋਇਆ। ਤਾਤਿਆ ਤੇ ਉਸ ਦੇ ਸਿਪਾਹੀਆਂ ਨੇ ਖਜ਼ਾਨਾ ਲੁੱਟ ਲਿਆ। ਜੇਲ੍ਹ ਦੇ ਫਾਟਕ ਭੰਨ ਦਿੱਤੇ। ਕਚਹਿਰੀ ਦੀ ਇਮਾਰਤ ਤੋੜ ਦਿੱਤੀ ਗਈ। ਅੰਗਰੇਜ਼ ਪਰਿਵਾਰ ਆਪਣੀ ਜਾਨ ਬਚਾਉਣ ਲਈ ਕਿਲੇ ਵਿੱਚ ਜਾ ਕੇ ਲੁਕ ਗਏ। 5 ਜੂਨ 1857 ਦੇ ਸਵੇਰ ਦਾ ਸੂਰਜ ਕਾਨਪੁਰ ਦੀ ਆਜ਼ਾਦੀ ਨਾਲ ਨਿਕਲਿਆ। ਨਾਨਾ ਸਾਹਿਬ ਨੂੰ ਰਾਜਾ ਘੋਸ਼ਿਤ ਕਰ ਦਿੱਤਾ ਗਿਆ। ਤਾਤਿਆ ਟੋਪੇ ਨੂੰ ਸੈਨਾਪਤੀ ਚੁਣਿਆ ਗਿਆ। 6 ਜੂਨ ਤੋਂ 25 ਜੂਨ ਤੱਕ ਕਮਾਂਡਿੰਗ ਅਫਸਰ ਮੇਜਰ ਜਨਰਲ ਹਿਊ ਵੈਲਰ ਕਿਲੇ ਦੇ ਅੰਦਰ ਬੈਠ ਕੇ ਕ੍ਰਾਂਤੀਕਾਰੀਆਂ ਨਾਲ ਲੜਦਾ ਰਿਹਾ, ਪਰ ਉਹਦੇ ਕੋਲ ਹੁਣ ਨਾ ਤਾਂ ਗੋਲਾ ਬਾਰੂਦ ਬਚਿਆ ਸੀ ਤੇ ਨਾ ਹੀ ਖਾਣ ਪੀਣ ਦਾ ਸਾਮਾਨ। ਹਿਊ ਵੈਲਰ ਸ਼ਾਂਤੀ ਦਾ ਸਫੇਦ ਝੰਡਾ ਹੱਥ ਵਿੱਚ ਲੈ ਕੇ ਬਾਹਰ ਨਿਕਲਿਆ। ਅਸੀਂ ਸਮਰਪਣ ਕਰ ਰਹੇ ਹਾਂ, ਹਾਰ ਸਵੀਕਾਰ ਕਰ ਰਹੇ ਹਾਂ। ਸਾਡੇ ਸਿਪਾਹੀਆਂ ਔਰਤਾਂ ਦੀ ਜਾਨ ਬਖਸ਼ ਦੇਵੋ, ਜਾਨ ਬਖਸ਼ ਦੇਵੋ। ਤਾਤਿਆ, ਇਹਨਾਂ ਨੂੰ ਸੁਰੱਖਿਅਤ ਇਲਾਹਾਬਾਦ ਪਹੁੰਚਾਉਣ ਦਾ ਇੰਤਜ਼ਾਮ ਕਰੋ। ਜੀ ਮਹਾਰਾਜ, ਮੈਂ ਇਹਨਾਂ ਨੂੰ ਹੁਣੇ ਹੀ ਸਤੀ ਚੋਰਾ ਘਾਟ ਤੋਂ ਕਿਸ਼ਤੀਆਂ 'ਚ ਬਿਠਾ ਕੇ ਇਲਾਹਾਬਾਦ ਭੇਜਣ ਦਾ ਬੰਦੋਬਸਤ ਕਰਵਾ ਦੇਣਾ। Oh, thank God. We are safe now. ਮਹਾਰਾਜ ਨਾਨਾ ਸਾਹਿਬ ਤੇ ਸੈਨਾਪਤੀ ਤਾਤਿਆ ਟੋਪੇ ਦਾ ਇਹ ਆਦੇਸ਼ ਗਲਤ ਹੈ। ਇਲਾਹਾਬਾਦ ਸਾਡੇ ਸਾਥੀ ਨਾਲ ਜਨਰਲ ਨੀਲ ਨੇ ਜੋ ਜ਼ੁਲਮ ਕੀਤੇ, ਅਸੀਂ ਉਹ ਨਹੀਂ ਭੁੱਲ ਸਕਦੇ। ਇਹਨਾਂ ਨੂੰ ਜ਼ਿੰਦਾ ਨਹੀਂ ਛੱਡਾਂਗੇ। ਖਬਰਦਾਰ, ਸੈਨਾਪਤੀ ਤਾਤਿਆ ਦਾ ਹੁਕਮ ਆਏ, ਆਪਣੀਆਂ ਬੰਦੂਕਾਂ ਥੱਲੇ ਕਰੋ। ਕਮਾਂਡਿੰਗ ਅਫਸਰ ਮੇਜਰ ਜਨਰਲ ਸਰ ਹਿਊ ਵੈਲਰ ਤੇ ਕਈ ਹੋਰ ਅਫਸਰ ਮਾਰੇ ਗਏ।
ਬਚੇ 1250 ਅੰਗਰੇਜ਼ ਔਰਤਾਂ ਤੇ ਬੱਚੇ। ਇਸ ਤੋਂ ਬਾਅਦ ਸ਼ੁਰੂ ਹੋਇਆ ਅੰਗਰੇਜ਼ਾਂ ਦਾ ਤਾਂਡਵ। ਇਲਾਹਾਬਾਦ ਤੇ ਲਖਨਊ ਤੋਂ ਆ ਕੇ ਅੰਗਰੇਜ਼ ਫੌਜਾਂ ਨੇ ਕਾਨਪੁਰ ਤੇ ਹਮਲਾ ਕਰ ਦਿੱਤਾ। ਮਹਾਰਾਜਪੁਰ ਵਿੱਚ ਭਿਆਨਕ ਯੁੱਧ ਹੋਇਆ। ਨਾਨਾ ਸਾਹਿਬ ਦੀ ਹਾਰ ਹੋਈ ਤੇ ਉਹਨਾਂ ਨੂੰ ਵਾਪਸ ਬਿਠੁਰ ਜਾਣਾ ਪਿਆ। ਜਨਰਲ ਨੀਲ ਦੀ ਅੰਗਰੇਜ਼ ਸੈਨਾ ਬਿਠੁਰ ਜਾ ਪਹੁੰਚੀ ਤੇ ਉੱਥੇ ਜੰਮ ਕੇ ਲੁੱਟ ਖਸੁੱਟ ਕੀਤੀ। ਨਾਨਾ ਸਾਹਿਬ ਦੇ ਮਹਿਲ ਨੂੰ ਅੱਗ ਲਗਾ ਦਿੱਤੀ ਗਈ। ਉਸ ਵੇਲੇ ਤਾਤਿਆ ਗਵਾਲੀਅਰ 'ਚ ਸੀ। ਜਿੱਦਾਂ ਹੀ ਖਬਰ ਮਿਲੀ ਉਹ ਆਪਣੀ ਫੌਜ ਲੈ ਕੇ ਕਾਨਪੁਰ ਲਈ ਨਿਕਲ ਪਏ। ਸਭ ਤੋਂ ਪਹਿਲਾਂ ਉਹਨਾਂ ਕਾਲਪੀ ਨੂੰ ਫਤਿਹ ਕੀਤਾ, ਫਿਰ ਕਾਨਪੁਰ ਦੇ ਇਰਦ ਗਿਰਦ ਦੇ ਇਲਾਕੇ ਜਿੱਤ ਕੇ ਉੱਥੇ ਦਾ ਰਸਦ ਪਾਣੀ ਬੰਦ ਕਰ ਦਿੱਤਾ ਤੇ ਜਨਰਲ ਵਿਡਮ ਦੀ ਫੌਜ ਨੂੰ ਹਰਾ ਕੇ 28 ਨਵੰਬਰ 1857 ਨੂੰ ਕਾਨਪੁਰ ਦੁਬਾਰਾ ਆਪਣੇ ਕਬਜ਼ੇ ਵਿੱਚ ਲੈ ਲਿਆ। ਪਰ ਉਸ ਤੋਂ ਬਾਅਦ ਤਾਤਿਆ ਟੋਪੇ ਅੰਗਰੇਜ਼ਾਂ ਲਈ ਸਭ ਤੋਂ ਵੱਡਾ ਦੁਸ਼ਮਣ ਬਣ ਗਿਆ। ਕੁਝ ਮਹੀਨੇ ਨਿਕਲ ਗਏ। ਵੀਰਤਾ ਤੇ ਸ਼ਕਤੀ ਦੇ ਪ੍ਰਤੀਕ ਤਾਤਿਆ ਟੋਪੇ ਕਾਨਪੁਰ ਵਿੱਚ ਆਪਣੀ ਜਿੱਤ ਦਾ ਝੰਡਾ ਲਹਿਰਾਉਣ ਤੋਂ ਬਾਅਦ ਕਾਲਪੀ 'ਚ ਆ ਪਹੁੰਚੇ। नहीं 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 मेरे वीर सिपाहियों, नहीं। जित दे नारे लाने आ ते इस धरती ਲਈ ਲਾਓ। ਭਾਰਤ ਮਾਤਾ ਦੀ ਜੈ ਬੋਲੋ, ਸ਼੍ਰੀ ਪੰਤ ਰਾਓ ਸਾਹਿਬ ਦੀ ਜੈ ਬੋਲੋ। ਤਾਤਿਆ ਤੋਪੇ ਦੀ ਜੈ ਬੋਲਣ ਦਾ ਕੋਈ ਫਾਇਦਾ ਨਹੀਂ। ਮਹਾਰਾਣੀ ਝਾਂਸੀ ਦੀ ਜੈ ਬੋਲੋ। ਮਹਾਰਾਣੀ ਝਾਂਸੀ ਕੀ ਜੈ, ਮਹਾਰਾਣੀ ਝਾਂਸੀ ਦੀ ਜੈ। ਤਾਤਿਆ, ਭਾਰਤ ਮਾਤਾ ਦੇ ਨਾਲ ਮੇਰੀ ਜੈ ਬੋਲਣ ਦਾ ਕੀ ਮਤਲਬ? ਮਤਲਬ ਹੈ ਰਾਣੀ ਲక్ష్ਮੀ ਬਾਈ, ਮਤਲਬ ਹੈ। ਮੈਨੂੰ ਐਦਾਂ ਕਿਉਂ ਲੱਗ ਰਿਹਾ ਹੈ ਕਿ ਤੁਸੀਂ ਕਿਸੇ ਭਾਰੀ ਬਹੁਤ ਦਿਮਾਗੀ ਉਲਝਣ ਵਿੱਚ ਹੋ? ਤੁਹਾਨੂੰ ਇਸ ਤਰ੍ਹਾਂ ਕਿਉਂ ਮਹਿਸੂਸ ਹੋਇਆ ਮਹਾਰਾਣੀ? ਕਿਉਂਕਿ ਜਦ ਵੀ ਤੁਹਾਡਾ ਮਨ ਪਰੇਸ਼ਾਨ ਹੁੰਦਾ ਹੈ ਤੁਸੀਂ ਆਪਣੇ ਨਾਲ ਮੈਨੂੰ ਵੀ ਭੁੱਲ ਜਾਂਦੇ ਹੋ। ਤੁਸੀਂ ਮੈਨੂੰ ਭੁੱਲ ਗਏ ਹੋ ਤਾਤਿਆ। ਨਹੀਂ ਮਹਾਰਾਣੀ, ਪੇਸ਼ਵਾ ਬਾਜੀ ਰਾਓ ਦੇ ਟੁਕੜਿਆਂ ਤੇ ਪਲਣ ਵਾਲਾ ਇਹ ਬ੍ਰਾਹਮਣ ਨਾ ਤੁਹਾਨੂੰ ਭੁੱਲਿਆ, ਨਾ ਆਪਣੇ ਆਪ ਨੂੰ ਤੇ ਨਾ ਆਪਣੇ ਵਤਨ ਨੂੰ। ਮਹਾਰਾਣੀ, ਤੁਸੀਂ ਇਹ ਕਿਉਂ ਭੁੱਲ ਜਾਂਦੇ ਹੋ ਕਿ ਮੇਰੀ ਅਸ਼ਾਂਤੀ ਹੀ ਦੇਸ਼ ਨੂੰ ਸ਼ਾਂਤੀ ਦੇਵੇਗੀ? ਤਾਤਿਆ, ਤੁਹਾਡੀ ਅਸ਼ਾਂਤੀ ਬੇਸ਼ੱਕ ਦੇਸ਼ ਨੂੰ ਸ਼ਾਂਤੀ ਦੇਵੇ, ਪਰ ਮੈਨੂੰ ਨਹੀਂ ਦੇ ਪਾ ਰਹੀ। ਕਿਉਂ? ਕਿਉਂਕਿ ਮੈਂ ਮਹਾਰਾਣੀ ਨਹੀਂ, ਲక్ష్ਮੀ ਬਾਈ ਨਹੀਂ, ਤੁਹਾਡੇ ਲਈ ਸਿਰਫ ਮਨੂ ਹਾਂ। ਉਹ ਮਨੂ ਜਿਸ ਨੇ ਬਚਪਨ 'ਚ ਤੁਹਾਡੇ ਨਾਲ ਤਲਵਾਰ ਤੇ ਤੀਰ ਚਲਾਏ ਨੇ, ਘੋੜ ਸਵਾਰੀ ਕੀਤੀ ਹੈ, ਡਰਾਵਨੇ ਤੇ ਘਣੇ ਜੰਗਲਾਂ 'ਚ ਜਾ ਕੇ ਸ਼ਿਕਾਰ ਕੀਤੇ ਨੇ, ਦੋਸਤ ਤੇ ਦੁਸ਼ਮਣ ਦੀ ਪਹਿਚਾਣ ਸਿੱਖੀ ਹੈ, ਆਪਣੀ ਜਨਮ ਭੂਮੀ ਲਈ ਜੀਣ ਤੇ ਮਰਨ ਦੇ ਸੁਪਨੇ ਦੇਖੇ ਨੇ। ਮਹਾਰਾਣੀ, ਤੁਸੀਂ ਮੰਨੂ ਨਹੀਂ, ਦੇਸ਼ ਦੀ ਇੱਕ ਵੀਰ ਨਾਰੀ ਹੋ। ਆਜ਼ਾਦੀ ਦੀ ਇੱਛਾ ਰੱਖਣ ਵਾਲੇ ਹਜ਼ਾਰਾਂ ਲੱਖਾਂ ਦੇਸ਼ ਵਾਸੀਆਂ ਦੀ ਆਸ ਹੋ, ਹੌਸਲਾ ਤੇ ਉਮੀਦ ਹੋ। ਵੀਰ ਨਾਰੀ? ਜੇ ਤੁਸੀਂ ਮੈਨੂੰ ਝਾਂਸੀ ਦੇ ਕਿਲੇ 'ਚੋਂ ਨਿਕਲਣ ਵਿੱਚ ਮੇਰੀ ਮਦਦ ਨਾ ਕੀਤੀ ਹੁੰਦੀ, ਸ਼ਾਇਦ ਅੱਜ ਮੈਂ ਜ਼ਿੰਦਾ ਨਾ ਹੁੰਦੀ। ਤੁਸੀਂ ਜਿਸ ਨੂੰ ਵੀਰ ਨਾਰੀ ਕਹਿ ਰਹੇ ਹੋ ਉਹ ਝਾਂਸੀ ਛੱਡ ਕੇ ਆਈ ਹੈ। ਤਾਤਿਆ, ਝਾਂਸੀ ਛੱਡ ਕੇ। ਤੁਹਾਡੀ ਇਸ ਵੀਰ ਨਾਰੀ ਦੇ ਸਰੀਰ ਤੇ ਉਸ ਲੜਾਈ ਕਾਰਨ ਹਰ ਪਾਸੇ ਅਣਗਿਣਤ ਜ਼ਖਮ ਨੇ। ਜਾਣਦਾ ਹਾਂ ਦੇਵੀ, ਜਾਣਦਾ ਹਾਂ, ਲੇਕਿਨ ਇਹ ਸਿਰਫ ਤੁਹਾਡੇ ਸਰੀਰ ਤੇ ਲੱਗੇ ਜ਼ਖਮ ਨਹੀਂ ਹੋਣ, ਇਹ ਇਤਿਹਾਸ ਦੇ ਕਲੇਜੇ ਤੇ ਲੱਗੇ ਜ਼ਖਮ ਨੇ। ਮਹਾਰਾਣੀ, ਇਤਿਹਾਸ ਦੇ ਕਲੇਜੇ ਤੇ ਲੱਗੇ ਜ਼ਖਮ, ਸਰੀਰ ਦੇ ਜ਼ਖਮ ਤਾਂ ਭਰ ਜਾਂਦੇ ਨੇ, ਸੁੱਕ ਜਾਂਦੇ ਨੇ, ਪਰ ਇਤਿਹਾਸ ਦੇ ਕਲੇਜੇ ਤੇ ਲੱਗੇ ਜ਼ਖਮ ਕਦੇ ਨਹੀਂ ਸੁੱਕਦੇ। ਇਤਿਹਾਸ ਦੇ ਪੰਨੇ ਜਦ ਵੀ ਪਲਟ ਕੇ ਦੇਖੋ, ਉਹ ਜ਼ਖਮ ਹਮੇਸ਼ਾ ਤਾਜ਼ਾ ਰਹਿੰਦੇ ਨੇ। ਨਹੀਂ ਤਾਤਿਆ, ਗਲਤ, ਝੂਠ। ਤਾਤਿਆ, ਇਤਿਹਾਸ ਵਿੱਚ ਸਿਰਫ ਉਹੀ ਜ਼ਖਮ ਤਾਜ਼ੇ ਰਹਿੰਦੇ ਨੇ ਜਿਹਦਾ ਅੰਤ ਨਾਕਾਮਯਾਬੀ ਹੋਵੇ। ਵਕਤ ਦੇ ਜਿਸ ਦੌਰ 'ਚ ਅਸੀਂ ਖੜੇ ਹਾਂ ਉਸ ਦਾ ਅੰਜਾਮ ਚਾਹੇ ਦੁਖਦ ਹੋਵੇ ਜਾਂ ਸੁਖਦ, ਇਸ ਨਾਲ ਕੋਈ ਫਰਕ ਨਹੀਂ ਪੈਂਦਾ। ਪਰ ਜੇਕਰ ਤੁਸੀਂ ਅੱਜ ਬਿਨਾਂ ਲੜੇ ਹਾਰ ਮੰਨ ਲਈ ਤਾਂ ਯਕੀਨਨ ਇਤਿਹਾਸ ਦੀ ਛਾਤੀ ਤੇ ਲੱਗਿਆ ਇਹ ਜ਼ਖਮ ਕਦੇ ਨਹੀਂ ਸੁੱਕੇਗਾ। ਇਤਿਹਾਸ ਦੇ ਜ਼ਖਮ ਵੀ ਸੁੱਕ ਜਾਂਦੇ ਨੇ,
ਉਸ ਲਈ ਬਲੀਦਾਨ ਦੇਣਾ ਪੈਂਦਾ ਹੈ। ਅੱਜ ਦੇਸ਼ ਬਲੀਦਾਨ ਮੰਗ ਰਿਹਾ ਤਾਤਿਆ, ਬਲੀਦਾਨ। ਮੇਰਾ ਸੀਸ ਅਰਪਿਤ ਹੈ ਦੇਵੀ। ਇਹ ਬੰਦੂਕਾਂ ਦੇ ਢੇਰ, ਇਹ ਗੋਲੀਆਂ ਦੇ ਅੰਬਾਰ, ਇਹ ਪੱਖ ਦੀਆਂ ਪੱਠੀਆਂ ਉਸ ਬਲੀਦਾਨ ਦਾ ਆਗਾਜ਼ ਹੈ। ਬਚਪਨ ਵਿੱਚ ਤੁਹਾਡੇ ਨਾਲ ਖੇਡਣ ਵਾਲਾ ਹੈ ਰਾਮਚੰਦਰ, ਯੁੱਧ ਦੇ ਮੈਦਾਨ ਦੇ ਵਿੱਚ ਵੀ ਖੇਡੇਗਾ। ਤੁਹਾਡਾ ਸਾਹਸ ਦੇਸ਼ ਦਾ ਸਾਹਸ ਹੈ ਤੇ ਤੁਹਾਡੇ ਜ਼ਖਮ ਦੇਸ਼ ਦੇ ਜ਼ਖਮ ਨੇ। ਤਾਤਿਆ, ਮੈਂ ਜਾਣਦੀ ਹਾਂ ਤੁਸੀਂ ਮੈਨੂੰ ਨਾਹਕ ਮਹਾਨ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹੋ, ਪਰ ਤੁਸੀਂ ਤਾਂ ਖੁਦ ਮਹਾਬਲੀ ਹੋ। ਮੈਨੂੰ ਪਤਾ ਹੈ ਤਾਤਿਆ, ਮੈਂ ਇੱਕ ਇੱਕ ਪਲ ਤੋਂ ਜਾਣੂ ਹਾਂ। ਤੁਸੀਂ ਕਾਨਪੁਰ ਵਿੱਚ ਮੁੜ ਆਪਣਾ ਝੰਡਾ ਲਹਿਰਾ ਦਿੱਤਾ। ਮੈਂ ਇਹ ਵੀ ਜਾਣਦੀ ਹਾਂ ਕਿ ਨੀਲ, ਕੈਂਪਵੈਲ, ਵਿਡਮ ਨੂੰ ਤੁਹਾਡੇ ਸਾਹਮਣੇ ਹਾਰ ਮੰਨਣੀ ਪਈ। ਮੇਰੇ ਕੋਲੋਂ ਇਹ ਵੀ ਨਹੀਂ ਲੁਕਿਆ ਕਿ ਚਰਖਾਰੀ ਦੇ ਗੱਦਾਰ ਰਾਜਾ ਦਾ ਤੁਸੀਂ ਕੀ ਹਾਲ ਕੀਤਾ। ਪਰ ਅੱਜ ਸਵਾਲ ਕਾਨਪੁਰ, ਚਰਕਾਰੀ ਤੇ ਪਾਂਡੂ ਨਦੀ ਦਾ ਨਹੀਂ, ਪੂਰੇ ਦੇਸ਼ ਦਾ ਹੈ ਤਾਤਿਆ। ਅੰਗਰੇਜ਼ ਸੈਨਾਪਤੀ ਹਿਊਰੋਜ਼ ਬਹੁਤ ਸਾਰੀ ਸੈਨਾ ਲੈ ਕੇ ਕਾਲਪੀ ਵੱਲ ਕੂਚ ਕਰ ਰਿਹਾ ਹੈ। ਉਹਨੂੰ ਕੋਂਚ ਵਿੱਚ ਹੀ ਰੋਕਣਾ ਹੋਏਗਾ, ਵਰਨਾ ਸਾਡੀ ਇਸ ਕਾਲਪੀ ਦੀ ਸ਼ਾਨੋ ਸ਼ੌਕਤ, ਕਾਲਿੰਦੀ ਦੀ ਵਾਤਾਵਰਣ 'ਚ ਵਗਦੀ ਨਦੀ ਦੀ ਕਲਕਲ, ਚਾਂਦੀ ਵਰਗੀ ਰੇਤ 'ਚ ਬਣਿਆ ਵਿਆਸ ਟਿੱਲਾ ਲਹੂ ਵਿੱਚ ਡੁੱਬ ਜਾਏਗਾ ਤਾਤਿਆ, ਲਹੂ ਵਿੱਚ ਡੁੱਬ ਜਾਏਗਾ। ਜੋ ਕਰਨਾ ਹੈ ਜਲਦੀ ਕਰਨਾ ਹੋਏਗਾ। ਤੁਹਾਡੀ ਆਗਿਆ ਸਿਰ ਮੱਥੇ ਦੇਵੀ। ਨਵਾਬ ਸਾਹਿਬ ਬਾਂਦਾ ਅਤੇ ਸ਼੍ਰੀਮੰਤ ਰਾਓ ਸਾਹਿਬ ਤੁਹਾਡੇ ਨਾਲ ਰਹਿਣਗੇ। ਮੈਂ ਕੌਂਚ ਦੇ ਕਿਲੇ ਵੱਲ ਜਾ ਰਿਹਾ। ਮੈਨੂੰ ਜਿੱਤ ਦਾ ਆਸ਼ੀਰਵਾਦ ਦੇ ਕੇ ਵਿਦਾ ਕਰੋ ਦੇਵੀ। ਤੁਹਾਡੀ ਵਿਜੈ ਹੋਏਗੀ। ਮੇਰੇ ਵੀਰ ਸਿਪਾਹੀਓ, ਖੁਸ਼ਕਿਸਮਤ ਹੈ ਦੇਸ਼ ਦਾ ਉਹ ਵੀਰ ਸਿਪਾਹੀ ਜਿਸ ਨੂੰ ਯੁੱਧ ਦੇ ਮੈਦਾਨ ਦੀ ਮਿੱਟੀ ਮੱਥੇ ਤੇ ਲਗਾਉਣ ਦਾ ਮੌਕਾ ਮਿਲਦਾ ਹੈ। ਭਾਰਤ ਦੇ ਇਤਿਹਾਸ ਦੇ ਸੀਨੇ ਤੇ ਜੋ ਜ਼ਖਮ ਹੋ ਗਿਆ ਹੈ, ਉਸ ਨੂੰ ਮਿਟਾਉਣ ਦਾ ਵਕਤ ਆ ਗਿਆ ਹੈ। ਤੁਹਾਨੂੰ ਚੰਡੀ ਦੀ ਕਸਮ ਹੈ, ਦੁਰਗਾ ਦੀ ਕਸਮ ਹੈ, ਕਾਲੀ ਦੀ ਕਸਮ ਹੈ। ਯਾਦ ਰਹੇ, ਮਾਰਾਂਗੇ ਜਾਂ ਮਰਾਂਗੇ, ਪਰ ਹਾਰ ਨਹੀਂ ਮੰਨਾਂਗੇ। ਚਲੋ, ਰਨ ਚੰਡੀ ਸਾਡਾ ਇੰਤਜ਼ਾਰ ਕਰ ਰਹੀ ਏ। ਸਿਪਾਹੀਓ, ਇਹ ਕਾਲੰਦੀ 'ਚ ਵਹਿ ਰਹੀ ਯਮਨਾ ਨਦੀ ਏ ਜਿਸਨੇ ਕ੍ਰਿਸ਼ਨ ਜੀ ਦੀ ਬਾਂਸਰੀ ਦੀ ਤਾਨ ਸੁਣੀ ਏ, ਰਾਧਾ ਜੀ ਦੇ ਚਰਨ ਧੋਤੇ ਨੇ ਤੇ ਗੋਪੀਆਂ ਦੀਆਂ ਚੁੰਨੀਆਂ ਧੋਤੀਆਂ ਨੇ। ਇਸ ਨਦੀ ਦੀ ਸਾਂਵਲੀ ਤਾਰ ਲਾਲ ਨਹੀਂ ਹੋਣੀ ਚਾਹੀਦੀ। ਤੁਹਾਨੂੰ ਇਸ ਦੀ ਲਹਿਰਾਂ ਦੀ ਕਸਮ। ਅੱਗੇ ਵਧੋ, ਯਮਨਾ ਯਾਨੀ ਕਾਲੰਦੀ ਨਦੀ ਦੇ ਜਲ ਨੂੰ ਸਪਰਸ਼ ਕਰਕੇ ਮਹਾਰਾਣੀ ਲక్ష్ਮੀ ਬਾਈ ਦੀ ਜੈ ਜੈਕਾਰ ਕਰੋ। ਮਹਾਰਾਣੀ ਲక్ష్ਮੀ ਬਾਈ ਦੀ ਜੈ, ਮਹਾਰਾਣੀ ਲక్ష్ਮੀ ਬਾਈ ਦੀ ਜੈ, ਮਹਾਰਾਣੀ ਲక్ష్ਮੀ ਬਾਈ ਦੀ ਜੈ। ਤਾਤਿਆ ਠਹਿਰੋ। ਕੀ ਗੱਲ ਮਹਾਰਾਣੀ? ਮੈਂ ਮੰਗਲ ਤਿਲਕ ਤਾਂ ਲਗਾ ਦਵਾਂ। ਮੰਗਲ ਤਿਲਕ, ਮੰਗਲ ਪ੍ਰਾਰਥਨਾ। ਦੇਵੀ, ਜਿਸ ਇਨਸਾਨ ਦਾ ਕਈ ਸਾਲਾਂ ਤੋਂ ਮੰਗਲ ਚਮਚਮਾਤੀ ਤਲਵਾਰਾਂ ਕਰ ਰਹੀਆਂ ਨੇ, ਸਨਸਨਾਤੀ ਗੋਲੀਆਂ ਕਰ ਰਹੀਆਂ ਨੇ, ਅੱਗ ਵਰਗੇ ਗਰਮ ਗੋਲੇ ਕਰ ਰਹੇ ਨੇ, ਉਸ ਲਈ ਕਲਿਆਣ ਦੀ ਕਾਮਨਾ। ਇਹ ਕਾਮਨਾ ਤੁਹਾਡੀ ਬਹਾਦਰੀ ਲਈ ਹੈ, ਤੁਹਾਡੀ ਵੀਰਤਾ ਲਈ ਹੈ। ਮਹਾਰਾਣੀ, ਤੁਸੀਂ ਮੈਨੂੰ ਸ਼ਰਮਿੰਦਾ ਨਾ ਕਰੋ, ਮੈਂ ਇਸ ਦੇ ਕਾਬਿਲ ਨਹੀਂ। ਮੰਗਲ ਕਾਮਨਾ ਲਈ ਤਿਲਕ ਲਗਾਉਣ ਲਈ ਮੇਰੇ ਕੋਲ ਫੁੱਲ ਨਹੀਂ, ਚੰਦਨ ਨਹੀਂ, ਰੋਲੀ ਨਹੀਂ, ਸਿਰਫ ਆਪਣੇ ਜਿਸਮ ਦਾ ਖੂਨ ਹੈ। ਉਸ ਦੇ ਨਾਲ ਹੀ ਮੈਂ ਮੰਗਲ ਤਿਲਕ ਲਗਾਵਾਂਗੀ। ਮਨੂ ਦੇ ਖੂਨ ਦੀ ਲਾਜ ਅੱਜ ਤੁਹਾਡੇ ਹੱਥਾਂ 'ਚ ਹੈ। ਆ ਲਓ, ਮੈਂ ਮੰਗਲ ਤਿਲਕ ਲਗਾ ਦਿੱਤਾ। ਮਹਾਰਾਣੀ, ਤੁਹਾਡੇ ਇਸ ਖੂਨ ਦੀ ਲਾਜ ਦੇਸ਼ ਦੀ ਲਾਜ ਹੈ। ਮੈਂ ਆਪਣੇ ਜਿਸਮ ਦੇ ਖੂਨ ਦੀ ਇੱਕ ਇੱਕ ਬੂੰਦ ਵਹਾ ਕੇ ਵੀ ਇਸ ਰਕਤ ਤਿਲਕ ਦੀ ਰੱਖਿਆ ਕਰਾਂਗਾ। ਤਾਤਿਆ, ਭਵਿੱਖ ਦੇ ਪੰਨਿਆਂ ਤੇ ਕੀ ਲਿਖਿਆ ਜਾਏਗਾ, ਇਸ ਦੀ ਚਿੰਤਾ ਨਾ ਕਰੋ। ਮਹਾਰਾਣੀ, ਕਦੇ ਜਿੱਤ ਤੇ ਕਦੇ ਹਾਰ, ਦੋਵੇਂ ਹੀ ਕਿਸਮਤ ਵਿੱਚ ਹੁੰਦੀਆਂ ਨੇ। ਮੈਂ ਜਿੱਤ ਕੇ ਜ਼ਿਆਦਾ ਖੁਸ਼ ਹੋਣ ਵਾਲਾ ਨਹੀਂ ਤੇ ਹਾਰ ਕੇ ਘਬਰਾਉਣ ਵਾਲਾ ਨਹੀਂ। ਆਗਿਆ ਦਿਓ। ਕਾਲੰਦੀ ਨਦੀ ਦੀ ਕਲਕਲ ਤੋਂ ਦੂਰ, ਬਹੁਤ ਦੂਰ ਜੰਗ ਦਾ ਸ਼ੋਰ ਮੈਨੂੰ ਬੁਲਾ ਰਿਹਾ ਹੈ। ਮਹਾਬਲੀ ਤਾਤਿਆ ਟੋਪੇ ਕੌਂਚ ਦੇ ਕਿਲੇ 'ਚ ਮੌਜੂਦ ਨੇ। ਕਿਲੇ ਦੀ ਮੁਰੰਮਤ ਹੋ ਚੁੱਕੀ ਹੈ, ਮੋਰਚਾਬੰਦੀ ਕੀਤੀ ਜਾ ਰਹੀ ਹੈ। ਤਾਤਿਆ ਸਭ ਚੀਜ਼ ਦਾ ਜਾਇਜ਼ਾ ਲੈਂਦੇ ਹੋਏ ਟਹਿਲ ਰਹੇ ਨੇ। ਉਹਨਾਂ ਨਾਲ ਸ਼ਾਹਗੜ੍ਹ ਦੇ ਰਾਜਾ ਵੀ ਨੇ।
ਮਹਾਰਾਜ, ਬੋਲੋ ਤਾਤਿਆ ਟੋਪੇ। ਕਿਲੇ ਦੀ ਮੁਰੰਮਤ ਹੋ ਚੁੱਕੀ ਹੈ। ਸੈਨਾ ਬਦਲਾ ਲੈਣ ਲਈ ਤਿਆਰ ਹੈ। ਤੋਪਾਂ ਅੱਗ ਉਗਲਣ ਦਾ ਇੰਤਜ਼ਾਰ ਕਰ ਰਹੀਆਂ ਨੇ, ਪਰ ਕੀ ਮਹਾਬਲੀ ਤਾਤਿਆ? ਮੇਰੇ ਦਿਲ 'ਚ ਇੱਕ ਪ੍ਰਸ਼ਨ ਉੱਠ ਰਿਹਾ ਹੈ, ਇਸ ਯੁੱਧ ਦਾ ਅੰਤ ਕੀ ਹੋਏਗਾ? ਉਹੀ ਜੋ ਸਾਰੇ ਯੁੱਧਾਂ ਦਾ ਹੁੰਦਾ ਹੈ, ਯਾਨੀ ਮਨੁੱਖਤਾ ਦਾ ਅੰਤ। ਨਹੀਂ ਮਹਾਰਾਜ, ਮਨੁੱਖਤਾ ਦਾ ਅੰਤ ਨਹੀਂ, ਆਗਾਜ਼ ਹੀ ਮਨੁੱਖਤਾ ਦਾ ਅੰਤ ਹੁੰਦਾ ਹੈ। ਪਰ ਸਾਡਾ ਇਹ ਯੁੱਧ ਯੁੱਧ ਨਹੀਂ, ਇੱਕ ਮਹਾਨ ਯੱਗ ਹੈ। ਯੱਗ ਮਹਾਬਲੀ? ਤੁਸੀਂ ਯੁੱਧ ਨੂੰ ਯੱਗ ਕਿਵੇਂ ਕਹਿ ਸਕਦੇ ਹੋ? ਮੈਂ ਠੀਕ ਕਹਿ ਰਿਹਾ ਮਹਾਰਾਜ। ਦੇਸ਼ ਦੀ ਰੱਖਿਆ ਲਈ ਯੁੱਧ ਕਰਨਾ ਯੱਗ ਹੈ। ਆਜ਼ਾਦੀ ਦੀ ਰੱਖਿਆ ਲਈ ਹਥਿਆਰ ਉਠਾਉਣਾ ਯੱਗ ਹੈ। ਅਸੀਂ ਦੇਸ਼ ਦੀ ਰੱਖਿਆ ਲਈ, ਆਜ਼ਾਦੀ ਦੀ ਰੱਖਿਆ ਲਈ ਯੁੱਧ ਕਰ ਰਹੇ ਹਾਂ। ਸਾਡਾ ਇਹ ਯੁੱਧ ਨਹੀਂ, ਧਰਮ ਯੱਗ ਹੈ। ਸਾਨੂੰ ਯੱਗ ਵਿੱਚ ਆਪਣੇ ਪ੍ਰਾਣਾਂ ਦੀ ਆਹੂਤੀ ਦੇਣੀ ਹੋਏਗੀ। ਮਹਾਰਾਜ, ਸਾਹਮਣੇ ਦੇਖੋ, ਅੰਬਾਂ ਦੀ ਦਰਖਤਾਂ ਦੀ ਛਾਂ ਵੱਲ ਉਹ ਕੌਣ ਆ ਰਿਹਾ ਘੋੜੇ ਦੇ ਸਵਾਰ? ਲੱਗਦਾ ਕੋਈ ਆਪਣਾ ਹੀ ਗੁਪਤਚਰ ਹੈ। ਤਾਤਿਆ ਟੋਪੇ ਜੀ ਦੀ ਜੈ ਹੋਵੇ। ਅੰਗਰੇਜ਼ਾਂ ਦੀ ਬਹੁਤ ਵੱਡੀ ਸੈਨਾ ਕਾਲਪੀ ਵੱਲ ਤੇਜ਼ੀ ਨਾਲ ਆ ਰਹੀ ਹੈ। ਉਹ ਕੋਚ ਦੇ ਨੇੜੇ ਪਹੁੰਚ ਗਈ ਹੈ। ਸੈਨਾਪਤੀ ਹਿਊ ਰੋਜ਼ ਉਹਨਾਂ ਦੀ ਅਗਵਾਈ ਕਰ ਰਿਹਾ ਹੈ। ਬਹੁਤ ਵੱਡੀ ਸੈਨਾ? ਮੇਰੇ ਥੋੜੇ ਜਿਹੇ ਸੈਨਿਕ ਵੀ ਮਾਰਨ ਲਈ ਤਿਆਰ ਨੇ। ਮਹਾਰਾਜ, ਆਗਿਆ ਦਿਓ। ਕੈਸੀ ਆਗਿਆ? ਸ਼ਤਰੂ ਸੈਨਾ ਦਾ ਮੁਕਾਬਲਾ ਅੱਜ ਸਵੇਰੇ ਨਹੀਂ ਹੋਏਗਾ। ਲੜਾਈ 10 ਵਜੇ ਤੋਂ ਬਾਅਦ ਹੋਏਗੀ। 10 ਵਜੇ ਤੋਂ ਬਾਅਦ? ਉਹ ਕਿਉਂ? ਇਹ ਗੋਰੇ ਅੰਗਰੇਜ਼ ਦੁਪਹਿਰ ਦੀ ਤੇਜ਼ ਗਰਮੀ ਸਹਿਣ ਨਹੀਂ ਕਰ ਸਕਦੇ। ਅਸੀਂ ਉਹਨਾਂ ਦਾ ਫਾਇਦਾ ਲਵਾਂਗੇ। 10 ਵਜੇ ਤੋਂ ਬਾਅਦ ਹੀ ਉਹਨਾਂ ਦਾ ਮੁਕਾਬਲਾ ਕਰਨਾ ਠੀਕ ਹੋਏਗਾ। ਗੱਲ ਤਾਂ ਤੇਰੀ ਠੀਕ ਹੈ ਤਾਤਿਆ। 16 ਆਨੇ ਸੱਚ ਹੈ। ਦੁਰਗ ਦੀ ਰੱਖਿਆ ਲਈ ਜ਼ਰੂਰੀ ਹੈ ਕਿ ਨਗਰ ਤੋਂ ਬਾਹਰ ਦੇ ਮੈਦਾਨਾਂ ਤੇ ਜੰਗਲਾਂ 'ਚ ਯੁੱਧ ਕੀਤਾ ਜਾਏ। ਜਿਵੇਂ ਤੁਸੀਂ ਠੀਕ ਸਮਝੋ ਮਹਾਬਲੀ। ਆ ਲਓ, ਸਾਡਾ ਦੂਸਰਾ ਜਾਸੂਸ ਵੀ ਆ ਗਿਆ ਹੈ। ਮਹਾਬਲੀ ਦੀ ਜੈ ਹੋਵੇ। ਅੰਗਰੇਜ਼ੀ ਸੈਨਾ ਕਿਲੇ ਤੋਂ ਸਿਰਫ 4 ਮੀਲ ਦੂਰ ਹੈ। ਕੀ? ਮਹਾਰਾਜ, ਜਲਦੀ ਕਰੋ। ਦੁਸ਼ਮਣਾਂ ਦੀ ਸੈਨਾ ਘਰ ਤੱਕ ਆ ਪਹੁੰਚੀ ਹੈ। ਨਗਰ ਤੋਂ ਬਾਹਰ ਹੀ ਜੰਗਲਾਂ 'ਚ ਉਹਨਾਂ ਨੂੰ ਰੋਕਿਆ ਜਾਵੇ। ਤੋਪਾਂ ਤਿਆਰ ਰੱਖੋ। ਹਰ ਹਰ ਮਹਾਦੇਵ! ਜੈ ਭਵਾਨੀ! ਜੈ ਸ਼ਿਵਾਜੀ! ਭਿਆਨਕ ਯੁੱਧ ਹੋਇਆ। ਕੌਂਚ ਦੇ ਕਿਲੇ ਤੇ ਅੰਗਰੇਜ਼ ਸੈਨਾ ਦਾ ਅਧਿਕਾਰ ਹੋ ਗਿਆ। ਪਰ ਸੈਨਾਪਤੀ ਮਹਾਬਲੀ ਤਾਤਿਆ ਟੋਪੇ ਲਾਸ਼ਾਂ ਦੇ ਢੇਰ ਲਗਾ ਕੇ ਅਗਿਆਤ ਸਥਾਨ ਵੱਲ ਨਿਕਲ ਗਏ। ਚਾਰੋਂ ਪਾਸੇ ਅਫਵਾਹ ਫੈਲ ਗਈ ਕਿ ਤਾਤਿਆ ਆਪਣੇ ਪਿਤਾ ਦੇ ਘਰ ਪਹੁੰਚ ਗਏ। ਕਾਲਪੀ ਦੀ ਹਾਰ ਦੇ ਬਾਅਦ ਮਹਾਰਾਣੀ ਲక్ష్ਮੀ ਬਾਈ, ਸ਼੍ਰੀਮੰਤ ਰਾਓ ਸਾਹਿਬ ਤੇ ਹੋਰ ਕ੍ਰਾਂਤੀ ਦੂਤ ਗਵਾਲੀਅਰ ਚਲੇ ਗਏ। ਆਜ਼ਾਦੀ ਦੀ ਮਸ਼ਾਲ ਹੁਣ ਉਹਨਾਂ ਦੇ ਹੱਥਾਂ ਵਿੱਚ ਸੀ। ਗਵਾਲੀਅਰ ਤੋਂ 46 ਮੀਲ ਦੂਰ ਗੋਪਾਲਪੁਰ ਵਿੱਚ ਉਹਨਾਂ ਦਾ ਖੇਮਾ ਲੱਗਿਆ। श्रीमंत राव साहब, कि तात्या सचमुच अपने पिता कोल चरखी चला गया? मैनू तो इस गल ते यकीन नहीं हुंदा। ते यकीन करन जो गल भी नहीं। तात्या इन्ना कायर नहीं जेड़ा युद्ध तो घबरा के अपने पिता दे घर लुक के रहे। ये सरासर अफवाह है, ये झूठ है। राव साहब, जे तात्या ने यह कीता भी है तां मैं समझदी हां कि यह मेरे देश दी सब तो वड्डी नैतिक हार है। उसने मेरे रक्त तिलक नूं शर्मिंदा कीता है। कुछ भी होए राव साहब, मैं वचन लैंदी हां कि आज़ादी दी मिसाल बुझण नहीं दवांगी। गवालियर दे राजा नूं सूचित करो कि असीं आ रहे हां। महारानी लक्ष्मी बाई, विश्वासघातक तात्या तुहाडे सामने खड़ा है। तात्या? तात्या तुसी? महारानी, तुसी इन्ना बेचैन ना होवो। देवी, ਗਵਾਲੀਅਰ ਦੇ ਰਾਜਾ ਨੂੰ ਖਬਰ ਦੇਣ ਦੀ ਕੋਈ ਲੋੜ ਨਹੀਂ। ਉੱਥੋਂ ਦੀ ਪੂਰੀ ਸੈਨਾ ਸਾਡੇ ਨਾਲ ਹੈ। ਮੈਂ ਚਰਖੀ ਤੋਂ ਨਹੀਂ, ਗਵਾਲੀਅਰ ਤੋਂ ਆ ਰਿਹਾ। ਮੈਂ ਤਾਂ ਸਮਝਦੀ ਸੀ ਕਿ ਤੁਸੀਂ ਸਾਨੂੰ ਵਿਚਾਲੇ ਛੱਡ ਕੇ ਚਲੇ ਗਏ। ਮੈਨੂੰ ਮਾਫ ਕਰਨਾ, ਮੈਂ ਤੁਹਾਡੇ ਉੱਪਰ ਸ਼ੱਕ ਕੀਤਾ।
ਮਹਾਰਾਣੀ ਮੈਨੂੰ ਸ਼ਰਮਿੰਦਾ ਨਾ ਕਰੋ। ਕੋਂਚ ਦੀ ਹਾਰ ਤੋਂ ਬਾਅਦ ਮੈਂ ਗਵਾਲੀਅਰ ਆ ਕੇ ਸਰਗਰਮ ਹੋ ਗਿਆ। ਅੱਜ ਉੱਥੋਂ ਦੇ ਸਰਦਾਰ, ਸੈਨਾ ਦਰਬਾਰੀ ਤੇ ਜਨਤਾ ਬਾਰੂਦ ਵਾਂਗ ਭੜਕ ਰਹੇ ਨੇ। ਬਸ ਇੱਕ ਚਿੰਗਾਰੀ ਦੀ ਲੋੜ ਹੈ। ਤੇ ਉੱਥੋਂ ਦੇ ਮਹਾਰਾਜ ਸ਼ਿੰਦੇ, ਉਹਨਾਂ ਦਾ ਕੀ ਹੋਇਆ? ਉਹ ਇੱਕ ਡਰੇ ਚੂਹੇ ਵਾਂਗ ਕੰਬ ਰਹੇ ਨੇ। ਉਹਨਾਂ ਨੂੰ ਦੇਸ਼ ਦਾ ਨਹੀਂ, ਆਪਣੇ ਰਾਜ ਦਾ ਫਿਕਰ ਹੈ। ਅਸੀਂ ਲੋਕਾਂ ਨੇ ਉਹਨਾਂ ਨੂੰ ਇੱਕ ਸਬਕ ਸਿਖਾਉਣਾ ਹੈ, ਇੱਕ ਸਿੱਖਿਆ ਦੇਣੀ ਹੈ ਕਿ ਗੁਲਾਮੀ ਦੀ ਰੋਟੀ ਖਾਣ ਨਾਲੋਂ ਆਜ਼ਾਦੀ ਨਾਲ ਪ੍ਰਾਣ ਦੇਣਾ ਬਿਹਤਰ ਹੈ। ਤੇ ਜੇ ਉਹ ਨਾ ਮੰਨਿਆ ਤਾਂ? ਉਸ ਦਾ ਹੱਲ ਹੈ ਮੇਰੇ ਕੋਲ। ਕੀ? ਮੈਂ ਉਸ ਦੇ ਰਾਜਗੱਦੀ ਤੱਕ ਸੁਰੰਗ ਬਣਾ ਲਈ। ਇੱਕ ਇਸ਼ਾਰਾ ਕਰਨ ਦੀ ਲੋੜ ਹੈ। ਜੇ ਨਹੀਂ ਮੰਨਦਾ ਤਾਂ ਸ਼ਿੰਦੇ ਦੀ ਜੀਵਨ ਲੀਲਾ ਸਮਾਪਤ। ਤਾਤਿਆ ਦੱਸੋ, ਹੁਣ ਕੀ ਕਰਨਾ ਹੈ? ਮਹਾਰਾਣੀ, ਸਾਨੂੰ ਹੱਥ ਵਿੱਚ ਆਜ਼ਾਦੀ ਦੀ ਮਿਸਾਲ ਲੈ ਕੇ ਨਿਕਲਣਾ ਹੈ। ਸਾਰਾ ਗਵਾਲੀਅਰ ਤੁਹਾਡਾ ਇੰਤਜ਼ਾਰ ਕਰ ਰਿਹਾ ਹੈ। ਤੁਸੀਂ ਗੋਪਾਲਪੁਰ ਤੋਂ ਚੱਲੋ ਤਾਂ ਸਹੀ। ਇੱਥੋਂ ਗਵਾਲੀਅਰ ਕਿੰਨੀ ਦੂਰ ਹੈ? ਸਿਰਫ 46 ਮੀਲ। ਦੇਰ ਕਰਨ ਦਾ ਕੋਈ ਫਾਇਦਾ ਨਹੀਂ। ਸਾਨੂੰ ਰਾਤੋਂ ਰਾਤ ਚੱਲ ਕੇ ਸ਼ਿੰਦੇ ਦੇ ਮਹਿਲ ਤੇ ਕਬਜ਼ਾ ਕਰਨਾ ਹੈ। ਤਾਤਿਆ, ਜੇ ਤੁਹਾਨੂੰ ਲੱਗਦਾ ਹੈ ਕਿ ਇੰਨਾ ਦੌੜਾ ਕੇ ਘੋੜਿਆਂ ਦੀ ਨਾਲ ਨਹੀਂ ਉਖਰੇਗੀ ਤਾਂ ਮੈਂ ਤਿਆਰ ਹਾਂ। ਲక్ష్ਮੀ ਬਾਈ ਲਈ ਕੀ ਦਿਨ ਤੇ ਕੀ ਰਾਤ। ਹਰ ਹਰ ਮਹਾਦੇਵ, ਹਰ ਹਰ ਮਹਾਦੇਵ, ਹਰ ਹਰ ਮਹਾਦੇਵ, ਹਰ ਹਰ ਮਹਾਦੇਵ। ਰਾਣੀ ਲక్ష్ਮੀ ਬਾਈ ਦੀ ਜੈ, ਰਾਣੀ ਲక్ష్ਮੀ ਬਾਈ ਦੀ ਜੈ। ਇਹ ਗਵਾਲੀਅਰ ਹੈ। ਯੁੱਧ ਦੇ ਮੈਦਾਨ 'ਚ ਇੱਕ ਪਾਸੇ ਮਹਾਰਾਣੀ ਲక్ష్ਮੀ ਬਾਈ, ਰਾਓ ਸਾਹਿਬ, ਤਾਤਿਆ ਟੋਪੇ ਆਪਣੀ ਕਾਇਲ ਸੈਨਾ ਲੈ ਕੇ ਵਿਰਾਜਮਾਨ ਨੇ। ਦੂਜੇ ਪਾਸੇ ਸ਼ਿੰਦੇ ਮਹਾਰਾਜ। ਇੱਕ ਭਿਆਨਕ ਤੂਫਾਨ ਦੀ ਆਹਟ ਸੁਣਾਈ ਦੇ ਰਹੀ ਹੈ। ਗਵਾਲੀਅਰ ਦੀ ਇੱਕ ਇੱਕ ਇੱਟ ਕੰਬ ਰਹੀ ਹੈ। ਸ਼ਿੰਦੇ ਮਹਾਰਾਜ, ਤੁਸੀਂ ਅੱਜ 8000 ਸੈਨਿਕ ਲੈ ਕੇ ਸਾਡਾ ਮੁਕਾਬਲਾ ਕਰਨ ਆਏ ਹੋ। ਕਾਸ਼ ਇਹ ਸੈਨਾ ਆਪਣੇ ਭਰਾਵਾਂ ਦੇ ਸਾਹਮਣੇ ਨਹੀਂ, ਅੰਗਰੇਜ਼ ਦੁਸ਼ਮਣ ਦੇ ਸਾਹਮਣੇ ਹੁੰਦੀ ਤਾਂ ਸਾਡਾ ਦੇਸ਼ ਦਾ ਨਕਸ਼ਾ ਹੀ ਬਦਲ ਗਿਆ ਹੁੰਦਾ। ਹਾਲੇ ਵੀ ਵਕਤ ਹੈ, ਸੋਚ ਸਮਝ ਕੇ ਵਿਚਾਰ ਕਰ ਲਓ। ਅਸੀਂ ਤੁਹਾਡੇ ਵੱਲ ਦੋਸਤੀ ਦਾ ਹੱਥ ਵਧਾਇਆ ਹੈ, ਸਾਡੀ ਮਦਦ ਕਰੋ। ਮਦਦ? ਤਾਤਿਆ, ਆਪਣੇ ਵਾਂਗ ਮੈਨੂੰ ਵੀ ਭਿਖਾਰੀ ਬਣਾਉਣਾ ਚਾਹਨਾ? ਤੇਰੀ ਤੇ ਸਾਡੀ ਦੋਸਤੀ ਕੈਸੀ? ਮੈਂ ਜਾਣਦਾ ਹਾਂ ਸੱਪ ਤੇ ਨੇਵਲੇ ਦੀ ਦੋਸਤੀ ਨਹੀਂ ਹੁੰਦੀ, ਪਰ ਸੋਚ, ਤੇਰੇ ਦਾਦੇ ਪੜਦਾਦੇ ਨੂੰ ਪੇਸ਼ਵਾ ਖਾਨਦਾਨ ਨੇ ਸ਼ਰਨ ਦਿੱਤੀ ਸੀ। ਹੋਸ਼ ਕਰ, ਤੇਰੇ ਪੁਰਖੇ ਸਾਡੇ ਸੇਵਕ ਰਹਿ ਚੁੱਕੇ ਨੇ। ਹਾਲੇ ਵੀ ਸੋਚ ਲੈ, ਅੰਗਰੇਜ਼ਾਂ ਦੀ ਖੁਸ਼ਾਮਦ ਕਰਨ ਦਾ ਨਤੀਜਾ ਬੁਰਾ ਨਿਕਲੇਗਾ। ਤਾਤਿਆ, ਆਪਣੀ ਮਰਿਆਦਾ ਵਿੱਚ ਰਹਿ ਕੇ ਗੱਲ ਕਰ। ਮੈਂ ਗਵਾਲੀਅਰ ਨੂੰ ਕਾਲਪੀ, ਝਾਂਸੀ, ਲਖਨਊ ਤੇ ਕਾਨਪੁਰ ਨਹੀਂ ਬਣਾਉਣ ਦੇਵਾਂਗਾ। ਇਹ ਮੇਰਾ ਰਾਜ ਹੈ, ਮੈਂ ਆਪਣੀ ਰੱਖਿਆ ਕਰਨੀ ਹੈ। ਰਾਜ ਦੇ ਰਕਸ਼ਕ? ਪਹਿਲਾਂ ਦੇਸ਼ ਦੀ ਰੱਖਿਆ ਕਰੋ। ਸਾਰੇ ਦੇਸ਼ ਵਿੱਚ ਕ੍ਰਾਂਤੀ ਦੀ ਲਪਟਾਂ ਉੱਠ ਰਹੀਆਂ ਨੇ ਤੇ ਤੁਸੀਂ ਜੈ ਚੰਦ ਤੇ ਮੀਰ ਜ਼ਾਫਰ ਦੀ ਕਹਾਣੀ ਦੁਹਰਾ ਰਹੇ ਹੋ। ਉਹ ਦੇਸ਼ ਦਰੋਹੀ, ਜੇਕਰ ਦੇਸ਼ ਨਹੀਂ ਰਹੇਗਾ ਤਾਂ ਗਵਾਲੀਅਰ ਵੀ ਨਹੀਂ ਰਹੇਗਾ। ਸਿਪਾਹੀਓ, ਅੱਗੇ ਵਧੋ। ਇਸ ਗੁਸਤਾਖ ਦਾ ਸਿਰ ਧੜ ਤੋਂ ਅਲੱਗ ਕਰ ਦਿਓ। ਸਿਪਾਹੀਓ, ਖੜੇ ਕਿਉਂ? ਅੱਗੇ ਵਧੋ। ਇਹਨਾਂ ਗਰਦਾਰਾਂ ਦੇ ਸਿਰ ਵੜ ਦਿਓ। ਅੱਗੇ ਵਧੋ, ਮੈਂ ਕਿਹਾ ਤੁਹਾਨੂੰ। ਗੱਦਾਰ ਤੁਸੀਂ ਹੋ, ਤਾਤਿਆ ਟੋਪੇ ਨਹੀਂ। ਇਹ ਸਾਡੇ ਦੋਸਤ ਨੇ। ਤਾਤਿਆ ਸਾਡਾ ਭਰਾ ਹੈ, ਮਹਾਰਾਣੀ ਲక్ష్ਮੀ ਬਾਈ ਸਾਡੀ ਭੈਣ ਹੈ। ਪਰ ਮੈਂ ਤਾਂ ਤੁਹਾਡਾ ਰਾਜਾ ਹਾਂ। ਤੁਸੀਂ ਦੇਸ਼ ਧਰੋਹੀ ਹੋ, ਗੱਦਾਰ ਹੋ। ਮੇਰੀ ਸੈਨਾ ਵਿਸ਼ਵਾਸਘਾਤ ਕਰ ਰਹੀ ਹੈ, ਬਗਾਵਤ ਕਰ ਰਹੀ ਹੈ। ਹੇ ਰੱਬਾ, ਮੈਂ ਹੁਣ ਕੀ ਕਰਾਂ? ਕਿੱਥੇ ਜਾਵਾਂ? ਇੱਥੋਂ ਭੱਜ ਜਾਣ ਵਿੱਚ ਹੀ ਭਲਾਈ ਹੈ। ਪਕੜੋ ਇਹਨੂੰ, ਇਸ ਧੋਖੇਬਾਜ਼ ਨੂੰ ਜ਼ਿੰਦਾ ਨਾ ਜਾਣ ਦਿਓ। ਪਕੜੋ, ਪਕੜੋ, ਬਚ ਨਾ ਸਕੇ। ਨਹੀਂ 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 ਮੇਰੇ ਵੀਰ ਸਿਪਾਹੀਓ, ਭਗੋੜੇ ਤੇ ਹੱਥ ਚੁੱਕਣਾ ਅਪਰਾਧ ਹੈ, ਅਧਰਮ ਹੈ। ਉਸ ਨੂੰ ਜਾਣ ਦਿਓ। ਗਵਾਲੀਅਰ ਦੇ ਮੱਥੇ ਦਾ ਕਲੰਕ ਧੋਤਾ ਗਿਆ। ਜਾਓ, ਕਿਲੇ ਤੇ ਪੇਸ਼ਵਾ ਦਾ ਝੰਡਾ ਲਹਿਰਾ ਦਿਓ। ਹਰ ਹਰ ਮਹਾਦੇਵ, ਹਰ ਹਰ ਮਹਾਦੇਵ। ਮਹਾਰਾਣੀ ਦੀ ਜੈ ਹੋਵੇ, ਮਹਾਰਾਣੀ ਦੀ ਜੈ ਹੋਵੇ, ਰਾਓ ਸਾਹਿਬ ਦੀ ਜੈ ਹੋਵੇ, ਰਾਓ ਸਾਹਿਬ ਦੀ ਜੈ ਹੋਵੇ, ਤਾਤਿਆ ਟੋਪੇ ਦੀ ਜੈ ਹੋਵੇ, ਤਾਤਿਆ ਟੋਪੇ ਦੀ ਜੈ ਹੋਵੇ। ਹਰ ਹਰ ਮਹਾਦੇਵ, ਹਰ ਹਰ ਮਹਾਦੇਵ।
ਤਾਤਿਆ, ਤੁਹਾਡੀ ਯੋਜਨਾ ਸਫਲ ਰਹੀ। ਗਵਾਲੀਅਰ ਉੱਪਰ ਪੇਸ਼ਵਾ ਦਾ ਝੰਡਾ ਲਹਿਰਾ ਦਿੱਤਾ ਗਿਆ। ਉੱਥੋਂ ਦੇ ਹਥਿਆਰ ਵਗੈਰਾ, ਤੋਪਾਂ, ਬਾਰੂਦ ਖਾਨਾ, ਖਜ਼ਾਨਾ, ਹੀਰੇ ਜਵਾਹਰਾਤ ਸਭ ਕੁਝ ਸਾਡੇ ਕਬਜ਼ੇ 'ਚ ਆ ਗਏ ਨੇ। ਹੁਣ ਅਸੀਂ ਗਵਾਲੀਅਰ ਨੂੰ ਸਾਰੇ ਭਾਰਤ ਵਰਸ਼ ਦਾ ਕੇਂਦਰ ਬਣਾਉਣਾ ਹੈ। ਸਾਰੀ ਕ੍ਰਾਂਤੀਕਾਰੀ ਫੌਜਾਂ ਇੱਥੇ ਆ ਰਹੀਆਂ ਨੇ। ਮੈਂ ਅੱਜ ਹੀ ਬਾਣਪੁਰ ਤੇ ਸ਼ਾਹਗੜ੍ਹ ਦੇ ਰਾਜਿਆਂ ਨੂੰ ਇੱਥੇ ਆਉਣ ਲਈ ਸੁਨੇਹਾ ਭੇਜਿਆ। ਤਾਤਿਆ, ਤੁਹਾਡੀ ਯੋਜਨਾ ਬਿਲਕੁਲ ਸਹੀ ਰਹੀ। ਰਾਤ-ਰਾਤ ਜਾ ਕੇ ਤੁਸੀਂ ਆਜ਼ਾਦੀ ਦੀ ਲੜਾਈ ਦੀਆਂ ਜੋ ਯੋਜਨਾਵਾਂ ਬਣਾ ਰਹੇ ਹੋ, ਉਹ ਕਾਬਿਲੇ ਤਾਰੀਫ ਨੇ। ਤੁਹਾਡੇ ਕਾਰਨ ਅੰਗਰੇਜ਼ਾਂ ਨੂੰ ਨੀਂਦ ਨਹੀਂ ਆਂਦੀ ਹੋਣੀ। ਉਹ ਕਿਸੇ ਵੀ ਵੇਲੇ ਹਮਲਾ ਕਰ ਸਕਦੇ ਨੇ। ਸ਼ਿੰਦੇ ਮਹਾਰਾਜ ਦਾ ਵੀ ਪਤਾ ਨਹੀਂ, ਉਹ ਚੁੱਪ ਨਹੀਂ ਬੈਠਣਗੇ। ਇਸ ਲਈ ਜਗ੍ਹਾ ਜਗ੍ਹਾ ਤੇ ਕਿਲੇਬੰਦੀ ਕਰ ਦਵੋ। ਮਹਾਰਾਣੀ, ਭਗੌੜਾ ਸ਼ਿੰਦੇ ਇਸ ਵੇਲੇ ਆਗਰੇ ਵਿੱਚ ਹੈ। ਤੁਸੀਂ ਚਿੰਤਾ ਨਾ ਕਰੋ, ਮੈਂ ਇੱਕ ਗੱਲ ਦਾ ਧਿਆਨ ਰੱਖ ਰਿਹਾ। ਹੁਣੇ ਖਬਰ ਮਿਲੀ ਹੈ ਕਿ ਹੀਰੋਜ਼ ਕਾਲਪੀ ਤੋਂ ਗਵਾਲੀਅਰ ਵੱਲ ਵੱਧ ਰਿਹਾ ਹੈ। ਜੇ ਇਹ ਗੱਲ ਹੈ ਤਾਂ ਸਾਨੂੰ ਕਮਰਬੰਦ ਖੋਲਣ ਦੀ ਜ਼ਰੂਰਤ ਨਹੀਂ। ਅਜੇ ਤਲਵਾਰਾਂ ਦੀਆਂ ਮੁੱਠਾਂ ਤੋਂ ਹੱਥ ਹਟਾਉਣ ਦਾ ਵਕਤ ਨਹੀਂ ਆਇਆ। ਤੁਸੀਂ ਚਿੰਤਾ ਨਾ ਕਰੋ ਮਹਾਰਾਣੀ, ਹੀਰੋਜ਼ ਬੁਖਲਾ ਗਿਆ ਹੈ। ਉਸਨੇ ਗਵਾਲੀਅਰ ਵੱਲ ਮੂੰਹ ਕੀਤਾ ਨਾ ਆਉਣ ਦਾ। ਆਉਣ ਦਿਓ, ਮੈਂ ਤਿਆਰ ਹਾਂ। ਤੁਸੀਂ ਧੰਨ ਹੋ ਤਾਤਿਆ। ਮਹਾਰਾਣੀ ਦੀ ਜੈ ਹੋਵੇ। ਬੋਲੋ ਗੁਪਚਰ, ਕੀ ਸਮਾਚਾਰ ਹੈ? ਜਨਰਲ ਹਿਊਰੋਜ਼ ਤੇ ਸਮਿਥ ਇੱਕ ਵੱਡੀ ਸੈਨਾ ਲੈ ਕੇ ਗਵਾਲੀਅਰ ਨੇੜੇ ਆ ਗਿਆ ਹੈ ਤੇ ਸ਼ਿੰਦੇ ਮਹਾਰਾਜ ਵੀ ਉਹਨਾਂ ਦੇ ਨਾਲ ਨੇ। ਅੱਛਾ, ਇਹ ਗੱਲ ਹੈ। ਮਹਾਰਾਣੀ, ਤੂਫਾਨ ਫੇਰ ਸਾਹਮਣੇ ਆ ਗਿਆ ਹੈ। ਇਤਿਹਾਸ ਦੇ ਪੰਨੇ ਫੜਫੜਾਉਣ ਲੱਗੇ ਨੇ। ਗਵਾਲੀਅਰ ਦੇ ਨੀਲੇ ਆਕਾਸ਼ ਵਿੱਚ ਅਸ਼ਾਂਤੀ ਦਾ ਖੂਨੀ ਨਕਸ਼ਤਰ ਉਦੇ ਹੋਣ ਵਾਲਾ ਹੈ। ਦੇਸ਼ ਬਲੀਦਾਨ ਮੰਗ ਰਿਹਾ ਹੈ। ਦੇਵੀ ਯੱਗ ਦੀ ਜਵਾਲਾ ਫੜਕ ਰਹੀ ਹੈ। ਆਹੂਤੀ, ਆਹੂਤੀ, ਦੇਵੀ ਆਹੂਤੀ ਦੀ ਤਿਆਰੀ ਕਰਨੀ ਹੈ। ਹਾਂ ਤਾਤਿਆ, ਇਹੀ ਵਕਤ ਹੈ ਆਪਣਾ ਫਰਜ਼ ਨਿਭਾਉਣ ਦਾ। ਮੈਂ ਪ੍ਰਾਣਾ ਦੀ ਬਾਜ਼ੀ ਲਗਾ ਕੇ ਇਹ ਯੱਗ ਸਫਲ ਕਰਾਂਗੀ। ਤਾਤਿਆ, ਤੁਸੀਂ ਵੀ ਆਪਣਾ ਫਰਜ਼ ਪੂਰਾ ਕਰੋ। ਦੁਰਗ ਦੇ ਪੂਰਬੀ ਦੀਵਾਰ ਦੀ ਰੱਖਿਆ ਦਾ ਭਾਰ ਮੇਰੇ ਉੱਪਰ ਹੈ। ਸੈਨਾ ਨੂੰ ਆਦੇਸ਼ ਦੇ ਦਿਓ, ਅੱਜ ਪਰੀਖਿਆ ਦੀ ਘੜੀ ਹੈ। ਮਹਾਬਲੀ ਤਾਤਿਆ, ਸਾਰੇ ਦੇਸ਼ ਵਿੱਚ ਕ੍ਰਾਂਤੀ ਦਾ ਝੰਡਾ ਫਹਿਰਾਉਣ ਤੋਂ ਬਾਅਦ ਤੁਹਾਡੀ ਇਹ ਕੀ ਹਾਲਤ ਹੋ ਗਈ ਹੈ? ਤੁਹਾਡੀ ਸੈਨਾ ਕਿੱਥੇ ਹੈ? ਮਾਨ ਸਿੰਘ, ਮੈਨੂੰ ਸੈਨਾ ਦੀ ਜ਼ਰੂਰਤ ਨਹੀਂ। ਮੈਂ ਇਕੱਲਾ ਹੀ ਇੱਕ ਸੈਨਾ ਹਾਂ। ਜਦ ਤੱਕ ਮੇਰੇ ਹੱਥ ਵਿੱਚ ਤਲਵਾਰ ਹੈ, ਬਾਹਾਂ 'ਚ ਤਾਕਤ ਹੈ, ਤਦ ਤੱਕ ਬੇਸ਼ੱਕ ਹਜ਼ਾਰਾਂ ਸੈਨਿਕ ਮੇਰੇ ਸਾਹਮਣੇ ਹੋਣ, ਮੈਂ ਲਾਸ਼ਾਂ ਦੇ ਪਹਾੜ ਖੜੇ ਕਰ ਸਕਦਾ ਹਾਂ। ਤਾਤਿਆ, ਤੁਸੀਂ ਸੈਨਾ ਛੱਡ ਕੇ ਚੰਗਾ ਨਹੀਂ ਕੀਤਾ। ਚੰਗਾ ਕੀਤਾ ਜਾਂ ਮਾੜਾ, ਹੁਣ ਮੈਂ ਤੁਹਾਡੇ ਨਾਲ ਰਹਿਣ ਆਇਆ। ਮੇਰੇ ਨਾਲ? ਹਾਂ, ਤੁਹਾਡੇ ਨਾਲ। ਕੋਈ ਮੁਸ਼ਕਲ? ਨਹੀਂ ਦੋਸਤ, ਕੋਈ ਮੁਸ਼ਕਲ ਨਹੀਂ, ਬਲਕਿ ਮੈਨੂੰ ਤਾਂ ਮਾਣ ਹੋਵੇਗਾ। ਪਰ ਮੈਂ ਯੁੱਧਾਂ ਤੇ ਲੜਾਈਆਂ ਤੋਂ ਤੰਗ ਆ ਚੁੱਕਾ ਹਾਂ। ਅੱਛਾ, ਤਾਂ ਆਤਮ ਸਮਰਪਣ ਕਰਨ ਜਾ ਰਹੇ ਹੋ, ਹੈ ਨਾ? ਹਾਂ ਤਾਤਿਆ। ਅੱਛਾ, ਇਹ ਗੱਲ ਹੈ। ਤਾਂ ਮੈਨੂੰ ਧੋਖਾ ਹੋਇਆ। ਧੋਖਾ? ਕੈਸਾ ਧੋਖਾ? ਬਹੁਤ ਹੀ ਦੁੱਖ ਦੀ ਗੱਲ ਹੈ। ਇਹ ਮੇਰੇ ਦੇਸ਼, ਤੇਰੀ ਕਿਸਮਤ ਵਿੱਚ ਕੀ ਲਿਖਿਆ ਹੈ। ਮੈਂ ਜਿਸ ਨੂੰ ਚੱਟਾਨ ਸਮਝਦਾ ਸੀ, ਉਹ ਰੇਤ ਦਾ ਟਿੱਲਾ ਨਿਕਲਿਆ। ਮੈਂ ਜਿਸ ਨੂੰ ਤੂਫਾਨ ਸਮਝਦਾ ਸੀ, ਉਹ ਧੂਲ ਭਰੀ ਹਨੇਰੀ ਸਾਬਤ ਹੋ ਰਹੀ ਹੈ। ਮਾਨ ਸਿੰਘ, ਜੇਕਰ ਤੁਸੀਂ ਆਤਮ ਸਮਰਪਣ ਕਰਨ ਜਾ ਰਹੇ ਹੋ ਤਾਂ ਮੈਂ ਤੁਹਾਡਾ ਅੰਨ ਜਲ ਗ੍ਰਹਿਣ ਨਹੀਂ ਕਰਾਂਗਾ। ਜਾਓ, ਜਾਓ, ਆਤਮ ਸਮਰਪਣ ਕਰੋ। ਮਾਂ ਦੇ ਮੱਥੇ ਤੇ ਬਦਦੁਮਾ ਦਾਗ ਲਾਂਦੇ ਜਾਓ। ਜਾਓ, ਆਤਮ ਸਮਰਪਣ ਕਰੋ। ਮੈਂ ਵੀ ਫਿਰੋਜ਼ ਸ਼ਾਹ ਦੀ ਛਾਵਣੀ ਵਿੱਚ ਜਾ ਰਿਹਾ ਹਾਂ। ਨਹੀਂ ਤਾਤਿਆ, ਮੈਂ ਇੱਦਾਂ ਨਹੀਂ ਕਰਾਂਗਾ। ਮੈਨੂੰ ਸ਼ਰਮਿੰਦਾ ਨਾ ਕਰ। ਮੈਂ ਤੇਰੇ ਨਾਲ ਹਾਂ। ਜਿਸ ਤਰ੍ਹਾਂ ਕਹੇਂਗਾ ਉਸ ਤਰ੍ਹਾਂ ਕਰਾਂਗਾ। ਮਾਫ ਕਰਨਾ ਮਾਨ ਸਿੰਘ, ਤਾਤਿਆਂ ਨੇ ਕਾਇਰਾਂ ਦਾ ਸਾਥ ਕਦੇ ਨਹੀਂ ਦਿੱਤਾ। ਮੈਂ ਇੱਥੇ ਇੱਕ ਪਲ ਨਹੀਂ ਰੁਕ ਸਕਦਾ। ਮੈਂ ਕਸਮ ਖਾਦਾ ਤਾਤਿਆ, ਭਾਰਤ ਮਾਂ ਦੀ ਕਸਮ, ਮੈਂ ਆਤਮ ਸਮਰਪਣ ਨਹੀਂ ਕਰਾਂਗਾ। ਮੇਰੇ ਮੱਥੇ ਤੇ ਕਲੰਕ। ਤੂੰ ਮੇਰੇ ਨਾਲ ਹੀ ਰਹਿ। ਵਾਹ ਮੇਰੇ ਬਹਾਦਰ ਸਾਥੀ, ਹਾਲਾਤ ਤੋਂ ਇੰਨੀ ਜਲਦੀ ਘਬਰਾਣਾ ਨਹੀਂ ਚਾਹੀਦਾ।
ਜੀਵਨ ਦਾ ਅਰਥ ਨਿਕੰਮੇ ਹੋ ਕੇ ਬੈਠਣਾ ਨਹੀਂ, ਕਰਮ ਕਰਦੇ ਰਹਿਣਾ ਹੈ। ਮਾਨ ਸਿੰਘ ਜੀ, ਇਸ ਜੰਗਲ 'ਚ ਪਏ ਰਹਿਣ ਦੀ ਬਜਾਏ ਚੰਗਾ ਹੈ ਕਿ ਜੇ ਉਸ ਫਿਰੋਜ਼ ਸ਼ਾਹ ਦੀ ਛਾਵਣੀ ਜਾ ਕੇ ਕੋਈ ਨਵੀਂ ਯੋਜਨਾ ਬਣਾਈਏ। ਯੋਜਨਾ ਬਣ ਚੁੱਕੀ ਹੈ, ਬਸ ਉਸ ਨੂੰ ਲਾਗੂ ਕਰਨਾ ਬਾਕੀ ਹੈ। ਤੇ ਫਿਰ ਆਪਣੀ ਯੋਜਨਾ ਨੂੰ ਲਾਗੂ ਕਰ ਲਓ, ਹੋਰ ਵੀ ਜਿਹੜੇ ਕੰਮ ਨੇ ਕਰ ਲਓ, ਪਰ ਦੇਸ਼ ਦੇ ਇਤਿਹਾਸ ਦੇ ਪੰਨੇ ਤੇ ਲਿਖਣ ਲਈ ਕੁਝ ਜ਼ਰੂਰ ਕਰਕੇ ਜਾਇਓ ਮੇਰੇ ਦੋਸਤ। ਇਸ ਤਰ੍ਹਾਂ ਹੀ ਹੋਏਗਾ ਤਾਤਿਆ, ਆਪਣੇ ਦੋਸਤ ਤੇ ਵਿਸ਼ਵਾਸ ਰੱਖੋ। ਮੈਂ 3 ਦਿਨਾਂ ਲਈ ਕਿਸੇ ਜ਼ਰੂਰੀ ਕੰਮ ਲਈ ਬਾਹਰ ਜਾ ਰਿਹਾ, ਤੁਸੀਂ ਇੱਥੇ ਆਰਾਮ ਕਰੋ। ਜੈਸੀ ਤੁਹਾਡੀ ਆਗਿਆ, ਪਰ ਪਤਾ ਨਹੀਂ ਕਿਉਂ ਮੇਰੀ ਖੱਬੀ ਬਾਹ ਫੜਕ ਰਹੀ ਹੈ, ਲੱਗਦਾ ਕੋਈ ਅਪਸ਼ਗਨ ਹੋਣ ਵਾਲਾ ਹੈ। ਅਰੇ ਛੱਡੋ, ਸ਼ਗਨ ਅਪਸ਼ਗਨ ਤਾਂ ਵਪਾਰੀਆਂ ਲਈ ਹੁੰਦੇ ਨੇ, ਬਹਾਦਰਾਂ ਲਈ ਨਹੀਂ ਹੁੰਦੇ। ਅੱਛਾ ਚੱਲਦੇ ਹਾਂ। ਜਾਓ ਦੋਸਤ, ਰਨ ਚੰਡੀ ਤੁਹਾਡੀ ਰੱਖਿਆ ਕਰੇ। ਗਵਾਲੀਅਰ ਦੇ ਯੁੱਧ 'ਚ 2 ਦਿਨ ਤੱਕ ਖੂਨ ਦੀਆਂ ਨਦੀਆਂ ਵਹਿੰਦੀਆਂ ਰਹੀਆਂ, ਪਰ ਜੋ ਹੋਣਾ ਸੀ ਉਹੀ ਹੋਇਆ। ਮਨੂ ਯਾਨੀ ਵੀਰ ਨਾਰੀ ਝਾਂਸੀ ਦੀ ਰਾਣੀ ਲక్ష్ਮੀ ਬਾਈ ਜੰਗ ਦੇ ਮੈਦਾਨ ਨੂੰ ਪਵਿੱਤਰ ਕਰ ਗਈ। ਕ੍ਰਾਂਤੀਕਾਰੀ ਸੈਨਾ ਛਿੰਨ ਭਿੰਨ ਹੋ ਗਈ, ਪਰ ਕ੍ਰਾਂਤੀ ਦਾ ਖੂਨੀ ਕਮਲ ਮੁਰਝਾਇਆ ਨਹੀਂ। ਆਜ਼ਾਦੀ ਦੀ ਮਸ਼ਾਲ ਅੱਜ ਵੀ ਮਹਾਬਲੀ ਤਾਤਿਆ ਦੇ ਹੱਥਾਂ 'ਚ ਸੁਰੱਖਿਅਤ ਸੀ। ਉਹ ਉਸ ਨੂੰ ਜੈਪੁਰ, ਟੋਂਕ, ਉਦੈਪੁਰ, ਇੰਦੌਰ, ਨਾਗਪੁਰ, ਬੜੌਦਾ ਵਿੱਚ ਬਿਗਲ ਵਜਾਉਂਦਾ ਨਰਵਰ ਰਾਜ ਤੱਕ ਲੈ ਜਾ ਚੁੱਕਾ ਸੀ। ਮਾਨ ਸਿੰਘ ਚਲਾ ਗਿਆ ਸੀ। 3 ਦਿਨ ਹੋ ਗਏ ਸੀ। ਮਾਨ ਸਿੰਘ ਦਾ ਕੁਝ ਪਤਾ ਨਹੀਂ ਸੀ। ਲੱਗਦਾ ਮਾਨ ਸਿੰਘ ਜੀ ਆ ਗਏ। ਮਾਨ ਸਿੰਘ ਜੀ, ਮਾਨ ਸਿੰਘ ਜੀ। मुलजिम रामचंद्र राव उर्फ तात्या टोपे हाजिर हो। रामचंद्र राव उर्फ तात्या टोपे, तुमने सरकार के खिलाफ विद्रोह कीता है। तुझ पे आरोप है कि तू जून 1857 ਵਿੱਚ झांसी ਦੇ ਨਜ਼ਦੀਕ जनरल ਹੀਰੋਜ਼ ਨਾਲ जंग ਕੀਤੀ ਤੇ ਜੂਨ 1858 ਨੂੰ ग्वालियर ਦੇ ਮਹਾਰਾਜ जियाजी राव सिंधिया उर्फ शिंदे महाराज ते हमला करने वाले विद्रोह च शामिल सी। तेरे ऊपर राजद्रोह का आरोप है। ਰਾਜਦਰੋਹ? ਧੋਖੇ ਤੇ ਬੇਈਮਾਨੀ ਨਾਲ ਭਾਰਤ ਤੇ ਰਾਜ ਕਰਨ ਵਾਲੇ ਅੰਗਰੇਜ਼ਾਂ ਦਾ ਨੌਕਰ ਨਹੀਂ ਹਾਂ ਮੈਂ। ਭਾਰਤ ਅੰਗਰੇਜ਼ਾਂ ਦੀ ਜ਼ਮੀਨ ਨਹੀਂ ਹੈ। ਜਿਸ ਦੀ ਜ਼ਮੀਨ ਹੀ ਨਹੀਂ, ਜਿਸ ਦੇ ਰਾਜ ਦਾ ਨੌਕਰ ਹੀ ਨਹੀਂ ਮੈਂ, ਤਾਂ ਮੇਰੇ ਤੇ ਰਾਜਦਰੋਹ ਦਾ ਆਰੋਪ ਕਿਉਂ ਤੇ ਕਿਵੇਂ? ਹਾਂ, ਰਾਜ ਭਗਤ ਜ਼ਰੂਰ ਹਾਂ ਮੈਂ। ਮੇਰੇ ਤੇ ਰਾਜ ਭਗਤੀ ਦਾ ਆਰੋਪ ਲਗਾਓ। ਪੇਸ਼ਵਾ ਮੇਰਾ ਰਾਜਾ ਸੀ ਤੇ ਮੈਂ ਉਹਨਾਂ ਦਾ ਨੌਕਰ। ਮੈਂ ਜੋ ਕੁਝ ਵੀ ਕੀਤਾ ਉਹਨਾਂ ਦੀ ਆਗਿਆ ਲੈ ਕੇ ਕੀਤਾ ਹੈ। ਇਸ ਲਈ ਮੈਂ ਆਪਣੇ ਆਪ ਨੂੰ ਰਾਜ ਭਗਤ ਮੰਨਦਾ ਹਾਂ। ਰਾਜ ਭਗਤ। ਤਾਤਿਆ, ਹੁਣ ਤੂੰ ਸਾਡਾ ਖੈਦੀ ਹੈ। ਤੇਰੇ ਤੇ ਦੇਸ਼ ਨਾਲ ਗੱਦਾਰੀ ਦਾ ਜੁਰਮ ਹੈ। ਤੈਨੂੰ ਫਾਂਸੀ ਦੀ ਸਜ਼ਾ ਦਿੱਤੀ ਜਾਂਦੀ ਹੈ। फांसी की सजा। बोलो, तुमने कुछ कहना है? ਮਾਨ ਸਿੰਘ ਨੇ ਤੁਹਾਨੂੰ ਸਭ ਕੁਝ ਦੱਸ ਦਿੱਤਾ ਹੋਏਗਾ। ਹੋ ਮਾਨ ਸਿੰਘ, ਤੂੰ ਮੈਨੂੰ ਧੋਖਾ ਦਿੱਤਾ। ਧੋਖਾ। ਮੇਰੇ ਦੇਸ਼, ਤੇਰੀ ਕਿਸਮਤ 'ਚ ਪਤਾ ਨਹੀਂ ਕੀ ਲਿਖਿਆ ਹੈ। ਮਾਨ ਸਿੰਘ, ਕਿਉਂ ਲਾਲਚ ਵਿੱਚ ਆ ਕੇ ਦੇਸ਼ ਤੇ ਦੇਸ਼ ਵਾਸੀਆਂ ਨੂੰ ਵੇਚਣ ਵਾਲਿਆਂ ਦੀ ਸੂਚੀ ਵਿੱਚ ਆਪਣਾ ਨਾਂ ਲਿਖਵਾ ਦਿੱਤਾ? ਕਿਉਂ ਮਾਨ ਸਿੰਘ, ਕਿਉਂ? 7 ਅਪ੍ਰੈਲ 1859 ਨੂੰ
ਤਾਤਿਆ ਟੋਪੇ ਨੂੰ ਪਾਂਡੋਨ ਦੇ ਜੰਗਲਾਂ 'ਚੋਂ ਗ੍ਰਿਫਤਾਰ ਕਰ ਲਿਆ ਗਿਆ। ਮਾਨ ਸਿੰਘ ਨੇ ਉਹਨਾਂ ਨਾਲ ਧੋਖਾ ਕੀਤਾ ਸੀ। ਜਿਸ ਤਾਤਿਆ ਟੋਪੇ ਨੂੰ ਅੰਗਰੇਜ਼ ਸਾਲਾਂ ਤੱਕ ਹੱਥ ਵੀ ਨਾ ਲਾ ਸਕੇ, ਉਹਨਾਂ ਨੂੰ ਧੋਖੇ ਦੀ ਭੇਂਟ ਚੜ੍ਹਨਾ ਪਿਆ। 15 ਅਪ੍ਰੈਲ 1859 ਨੂੰ ਸੈਨਿਕ ਅਦਾਲਤ 'ਚ ਉਹਨਾਂ ਦੀ ਪੇਸ਼ੀ ਹੋਈ ਤੇ 18 ਅਪ੍ਰੈਲ 1859 ਨੂੰ ਫਾਂਸੀ ਦੇ ਦਿੱਤੀ ਗਈ। ਲੋਕਾਂ ਦੀ ਬਹੁਤ ਵੱਡੀ ਭੀੜ ਸਾਹਮਣੇ ਉਹਨਾਂ ਦੀਆਂ ਬੇੜੀਆਂ ਕੱਟੀਆਂ ਗਈਆਂ ਤੇ ਉਹਨਾਂ ਨੇ ਫਾਂਸੀ ਦਾ ਫੰਦਾ ਖੁਦ ਆਪਣੇ ਗਲੇ 'ਚ ਪਾ ਲਿਆ। ਆਪਣੇ ਅਖੀਰਲੇ ਸਮੇਂ 'ਚ ਭਾਰਤ ਦੇ ਵੀਰ ਕ੍ਰਾਂਤੀਕਾਰੀ ਯੋਧਾ ਤਾਤਿਆ ਟੋਪੇ ਨੇ ਕਿਹਾ ਸੀ, ਉਹ ਇਤਿਹਾਸ ਦੇ ਪੰਨਿਆਂ 'ਚ ਬੇਸ਼ੱਕ ਦਰਜ ਨਾ ਹੋਇਆ ਹੋਵੇ, ਪਰ ਭਾਰਤ ਦੀ ਮਿੱਟੀ ਤੇ ਵਕਤ ਦੇ ਪੰਨਿਆਂ 'ਤੇ ਤਾਂ ਦਰਜ ਹੋਇਆ ਹੀ ਹੈ। ਮੈਨੂੰ ਪਤਾ ਹੈ ਕਿ ਮੈਂ ਕਿਉਂ ਲੜ ਰਿਹਾ ਸੀ। ਹਰ ਵੇਲੇ ਜੰਗ ਦਾ ਚੱਕਰਵਿਊਹ ਮੇਰੇ ਖਿਆਲ ਵਿੱਚ ਸੀ ਤੇ ਫਾਂਸੀ ਦਾ ਫੰਦਾ ਵੀ। ਮੈਨੂੰ ਆਪਣੇ ਅੰਤ ਦਾ ਵੀ ਪਤਾ ਸੀ। ਮੈਨੂੰ ਨਾ ਤੁਹਾਡੇ ਕਾਨੂੰਨ ਦੀ ਜ਼ਰੂਰਤ ਹੈ, ਨਾ ਜਾਂਚ ਦੀ, ਨਾ ਜੁਰਮ ਦੀ ਤੇ ਨਾ ਫੈਸਲੇ ਦੀ। ਹੱਥ ਕੜੀਆਂ 'ਚ ਜਕੜੇ ਆਪਣੇ ਹੱਥਾਂ ਨੂੰ ਉੱਪਰ ਚੱਕ ਕੇ ਮੈਂ ਕਹਿੰਦਾ ਕਿ ਅੱਜ ਮੇਰੀ ਪ੍ਰਤਿੱਗਿਆ ਪੂਰੀ ਹੋਈ। ਮਹਾਰਾਣੀ ਲక్ష్ਮੀ ਬਾਈ ਨੇ ਕਿਹਾ ਸੀ, ਇਤਿਹਾਸ ਦੀ ਛਾਤੀ ਵਿੱਚ ਜ਼ਖਮ ਹੋ ਗਿਆ ਤਾਤਿਆ, ਉਸ ਜ਼ਖਮ ਨੂੰ ਭਰਨ ਲਈ ਬਲੀਦਾਨ ਚਾਹੀਦਾ ਹੈ। ਅੱਜ ਉਹ ਦਿਨ ਆ ਗਿਆ ਹੈ। ਮੇਰਾ ਬਲੀਦਾਨ ਇਤਿਹਾਸ ਦੇ ਜ਼ਖਮਾਂ ਨੂੰ ਭਰੇਗਾ, ਜ਼ਰੂਰ ਭਰੇਗਾ। ਹਟੋ ਹਟੋ ਜਲਾਦੋ, ਦੂਰ ਹਟੋ। ਇਹ ਫਾਂਸੀ ਦਾ ਫੰਦਾ ਤਾਤਿਆ ਆਪਣੇ ਹੱਥਾਂ ਨਾਲ ਖੁਦ ਪਾਏਗਾ। ਮੇਰਾ ਬਲੀਦਾਨ ਆਜ਼ਾਦੀ ਦੀ ਲੜਾਈ ਨੂੰ ਹੋਰ ਤੇਜ਼ ਕਰੇਗਾ, ਉਸ ਨੂੰ ਚਮਕਾਏਗਾ। ਆਜ਼ਾਦੀ ਦੀ ਮਸ਼ਾਲ ਹੁਣ ਬੁਝ ਨਹੀਂ ਸਕਦੀ। ਭਾਰਤ ਮਾਤਾ ਦੀ ਜੈ! ਭਾਰਤ ਮਾਤਾ ਦੀ ਜੈ! ਭਾਰਤ ਮਾਤਾ ਦੀ ਜੈ!